अस्सलाम वालेकुम रहमतुल्लाह। वालेकुम अस्सलाम मूसा भाई। मैं ते सुन नहीं सकिया ते जज़ाकल्लाह सर जी, बहुत शुक्रिया। अपना हाँ, लगदा है कि आमिर साहब ਇਹਨਾਂ ਨੂੰ ਮੁਜਾਹਿਦਾਂ ਨੂੰ ਬੜੀ ਚੱਸ ਆਈ ਜੇ। अच्छा जी ਪਤਾ ਮਿਰਜ਼ੇ ਦੀ ਮੰਜੀ क्या ਠੇਕ ਗਈ ਹੈ बात ਤੇ यकीन ਇਹਨਾਂ करें ਇਹਨਾਂ कि ਨੂੰ ਚੱਸ ਆ इतना ਗਈ। इतना मजा आया जबरदस्त ना। है। मैं और अली भाई अकेले ही थे, बैठे हुए सुन रहे थे। बहुत मजा आ रहा था माशाल्लाह। ਅੱਛਾ ਉਹਦਾ ਪਤਾ ਕੀ ਸੀਨ ਸੀ ਆਮਰ ਭਾਈ, ਉਹਦੀ ਬਰਾੜ ਜਾ ਰਹੀ ਸੀ ਉੱਤੇ। ਜਦੋਂ ਤੁਸੀਂ ਵੜੇ ਹੋ ਨਾ ਵਿੱਚ ਬਰਾੜ ਤੇ, ਉਹਦੇ ਪਹਿਲਾਂ ਬੰਦੇ ਬੈਠੇ ਹੋਏ ਸਨ 17। ਜਦੋਂ ਤੁਸੀਂ ਇੰਟਰ ਹੁੰਦੇ ਕਿ ਉਹ ਠੱਕ 35, 35 ਤੋਂ 52, 52 ਤੋਂ ਇੱਕ ਉਹ 96 ਤੱਕ ਬਰਾੜ ਗਈ ਹੈ। ਉਹਨੂੰ ਉਹ ਸੀਨ ਲੈ ਰਿਹਾ ਸੀ, ਉਸ ਚੀਜ਼ ਦਾ ਮਜ਼ਾ ਲੈ ਰਿਹਾ ਸੀ। आओ जी मलक कैसर साहब, अस्सलाम वालेकुम। जब आमिर भाई वहां से निकले फिर वहां से निकल आया करो ताकि विराट वापस अपनी औकात पे आ जाए। तो सही है। चलो अहमद भाई अस्सलाम वालेकुम। व्हाट्सएप पाकिस्तान होगा इत्थे जे ਅੱਛਾ ਥੱਲੇ ਆਦੀਆ ਲਿਖਦੀ ਸੀ ਵੀ ਆਦੀਆ ਜਿਹੜੀ ਉਹ ਮਾਈ ਏ, ਕਹਿੰਦੀ ਇਹਦਾ ਮੂੰਹ ਬੰਦ ਕਰਾਓ, ਸੰਜੀਰ ਨੂੰ ਬੰਨੋ। ਅੱਲਾਹ ਦੀ ਕਸਮ। ਇਹ ਜਿਹੜੇ ਪਿੰਕ ਡੀਪੀ ਵਾਲੇ ਨਾਸਰ ਸਾਹਿਬ ਨੇ ये देखते मैं ही कहना आमिर भाई इन्नी चस आई है ना, इन्ना स्वाद लिता है ना अज अली ब्राड़ दा, इन्नी चस असा लईए हस हस दूरे हो रहे सा। ਜਿਹੜੇ ਮਰਜ਼ਈ ਉੱਤੇ ਤੇ ਵੱਜਣੇ ਤੇ ਥੱਲੇ ਜਿਹੜੇ ਕੰਧਾਂ 'ਚ ਵੱਜਣ ਡੇ ਸੀ ਮਰਜ਼ਈ, ਉਹਨੂੰ ਤਾਂ ਅਸਾਂ ਅਟੈਕ ਕਰ ਕਰਕੇ ਲਾਫਟਰ ਮੈਨੂੰ ਤਾਂ ਉਹਨਾਂ ਨੇ ਮਿਊਟ ਕਰ ਦੇਣਾ, ਇੰਟਾਇਰ ਲਾਈਵ ਮਿਊਟ ਕਰ ਦਿੱਤਾ ਉਹਨੇ ਕਿਹਾ ਤੂੰ ਤੇ ਖਾਮੋਸ਼ ਹੋ। ਜੋ ਮਰਜ਼ਈ ਥੱਲੇ ਕਲਪ ਰਹੇ ਸਨ, ਉਹ ਆਂਟੀ ਹਾਦੀਆ ਜਿਹੜੀ ਨਾ, ਉਹ ਵਿਚਾਰੀ ਉਹ ਮਾਵਾਂ ਭੈਣਾਂ ਦੀਆਂ ਥੱਲੇ ਗੰਦੀਆਂ ਗਾਲਾਂ ਕੱਢਣ ਲੱਗੀ। ਉਹ ਪੂਰਾ ਬੰਦਾ ਹੈ, ਉਹ ਭਾਈ ਹੈ ਪੂਰਾ। ਉਹ ਆਦੀਏ ਬੰਦ ਪੁਲਿਸ ਗਾਲਾਂ ਕਰੋ ਪੀ ਕੱਢਦੀ ਸੀ ਉਹ ਥੱਲੇ। ਉਹ ਅਸਲ ਇਹਨੂੰ ਬੰਦ ਕਰੋ। ਬਾਜੀ ਆਦੀਆ पे ਗੱਲ ਕਰਦੀ ਸੀ ਮੇਰੇ ਜਾਣ ਤੋਂ ਪਹਿਲੇ। ਮੈਂ ਕੁਦਰਤੀ ਨਾ ਜਿਸ ਵੇ ਦੇਖਿਆ ਫਿਰ ਇਹਦੇ ਤੇ ਮੈਨੂੰ ਉਹ ਨਜ਼ਰ ਆਏ ਨੇ ਮੂਸਾ ਸਾਹਿਬ ਨੇ, ਜਿਨ੍ਹਾਂ ਨੇ ਇਸਲਾਮ ਕਬੂਲ ਕੀਤਾ ਨਾ ਕਾਦੀਆ ਨੇ ਛੋੜ ਕੇ। ਉਹਨਾਂ ਨੂੰ ਮੈਂ ਦੇਖਿਆ ਉਹ ਬਾਜੀ ਆਦੀਆ ਨਾਲ ਗੱਲ ਕਰ ਰਹੇ ਸੀ ਤੇ ਬਾਜੀ ਆਦੀਆ ਉਹਨਾਂ ਨਾਲ ਕਾਫੀ ਬਦਤਮੀਜ਼ੀਆਂ ਕਰ ਰਹੇ ਸੀ ਕਿ ਤੁਸੀਂ ਝੂਠੇ ਹੋ, ਇੰਜ ਹੋ। ਉਹ ਕੋਈ ਇਬਾਰਤ ਇਹੋ ਹੀ ਪੜ੍ਹ ਰਹੇ ਸੀ ਚਸ਼ਮਾ ਮਾਰਫਤ ਦੀ, ਮੈਨੂੰ ਨਹੀਂ ਸੀ ਪਤਾ। ਇੰਨਾ ਮੈਂ ਸਿਰਫ ਸੁਣਿਆ ਹੈ ਕਿ ਉਹ ਚਸ਼ਮਾ ਮਾਰਫਤ ਦੀ ਡਾਕਟਰ ਅਬਦੁਲ ਹਕੀਮ ਪਟਿਆਲਵੀ ਵਾਲੀ ਗੱਲ ਪੜ੍ਹ ਕੇ ਸੁਣਾ ਰਹੇ ਨੇ। ਇਹ ਪੜ੍ਹਨ ਨਹੀਂ ਦਿੰਦੀ ਵੀ। ਮੈਂ ਵੀ ਟੁਰ ਗਿਆ, ਮੈਂ ਕਿਹਾ ਚਲੋ ਮੈਂ ਗੱਲ ਕਰਨਾ ਜੀ। ਉਹਨਾਂ ਤੁਸੀਂ ਲਾਤਾ ਮੂਸਾ ਭਾਈ ਨੂੰ ਤੇ ਮੈਂ ਗੱਲ ਕਰ ਦੇਣਾ। ਮੈਂ ਗੱਲ ਕਰਨ ਲੱਗਾ ਤੇ ਉਹ ਬਾਜੀ ਆਦੀਆ ਕਹਿੰਦੀ ਏ ਨਹੀਂ ਨਹੀਂ, ਤੇਰੇ ਨਾਲ ਪਹਿਲਾਂ ਇਹ ਫੈਸਲਾ ਹੋਏਗਾ। ਤੂੰ ਮੈਨੂੰ ਤੂੰ ਇੰਨੇ ਸਾਲ ਪਹਿਲੇ ਜਦੋਂ ਮੈਂ ਨਵੀਂ ਆਈ ਸਾਂ ਤੇ ਤੂੰ ਮੈਨੂੰ ਆਖਿਆ ਸੀ ਤੂੰ ਜਿੱਥੇ ਵੀ ਹੋਈ ਮੈਂ ਤੈਨੂੰ ਉੱਥੇ ਹੀ ਠੋਕ ਦਿਆਂਗਾ। ਤੇ ਕਹਿੰਦੀ ਕਿ ਉਦੋਂ ਮੈਂ ਡਰ ਗਈ ਸੀ ਤੇ ਹੁਣ ਮੈਂ ਸਵੀਡਨ ਆ ਮੈਨੂੰ ਠੋਕ ਆ ਕੇ। ਮੈਂ ਆਖਿਆ ਨਹੀਂ ਬਾਜੀ ਤੁਹਾਨੂੰ ਗਲਤਫਹਿਮੀ ਹੋਈ ਹੈ, ਮੈਂ ਇਹੋ ਜਿਹਾ ਲਫ਼ਜ਼ ਨਹੀਂ ਆਖਦਾ ਕਿਸੇ ਨੂੰ, ਤੁਹਾਨੂੰ ਗਲਤੀ ਲੱਗੀ। ਨਹੀਂ ਨਹੀਂ ਤੂੰ ਮੈਨੂੰ ਆ ਕੇ ਠੋਕ। ਹੁਣ ਮੈਂ ਕੀ ਕਰਦਾ ਉੱਥੇ? ਮੈਂ ਬੁੱਢੇ ਮਾਰੇ ਉਹ ਵੀ ਖਜੂਰ ਜ਼ਦ ਜਾਮੇ ਖਾ ਕੇ पिस्तौल मारे। बार जिद कर रही थी। मैं कहा तुसी बाजी हो, मैं नहीं आता। रिकॉर्डिंग भेज सकते हैं आप? हाँ जी मिल जाएगी। एक और भी चाहिए आमिर भाई, वो जो बैताला वाला नहीं सी मिर्जा ताहिर दा, वो 2 अगर मिल जान बड़ी मेहरबानी होगी। अच्छा वो कहन लग पई कि मैं स्वीडन हाँ तो तू मैनू आके ठोक। मैं कहा भी बाजी मैं तो नहीं ਤੁਹਾਨੂੰ ਕਦੇ ਵੀ ਇਹ ਲਫ਼ਜ਼ ਆਖਿਆ। ਨਹੀਂ ਤੂੰ ਮੈਨੂੰ ਆਖਿਆ ਸੀ ਮੈਂ ਤੈਨੂੰ ਠੋਕਾਂਗਾ ਤੇ ਆ ਮੈਨੂੰ ਠੋਕ ਹੁਣ ਸਵੀਡਨ। ਉਦੋਂ ਮੈਂ ਡਰ ਗਈ ਸੀ ਤੇ ਹੁਣ ਮੈਂ ਨਹੀਂ ਡਰਦੀ, ਹੁਣ ਮੈਨੂੰ ਠੋਕ ਆ ਕੇ। ਮੈਂ ਜਨਾਬ ਜਾਨ ਛਡਾਵਾਂ। ਚਲੋ ਖੈਰ ਮੈਂ ਕਿਹਾ ਲੋ ਵੀ ਗੱਲ ਸੁਣੋ, ਜਿਹੜੀ ਇਬਾਰਤ ਤੁਸੀਂ ਪੜ੍ਹਨ ਲੱਗੇ ਸੋ ਨਾ, ਇਹ ਇਬਾਰਤ ਪੜ੍ਹਨੇ ਰਲ ਕੇ ਤੇ ਕੋਈ ਐਸੀ ਗੱਲ ਨਹੀਂ ਹੈ। ਉਹ ਫਿਰ 2 ਤੇ ਗਾਲਾਂ ਕੱਢ ਕੇ ਚਲੇ ਗਏ ਤੇ ਇਹ ਜਿਹੜੇ ਸੀ ਅਸਗਰ ਸਾਹਿਬ, ਇਹ ਪੁਰਾਣੇ ਮੇਰੇ ਵਾਕਫ ਨੇ WhatsApp ਤੇ। ਅਗਰ ਕਹੋ WhatsApp ਤੇ ਸਭ ਤੋਂ ਪਹਿਲੀ ਲੰਬੀ ਕਨਵਰਜ਼ੇਸ਼ਨ ਤੋਂ ਐਸੇ ਬੰਦੇ ਨਾਲ ਮੇਰੀ ਹੋਈ ਸੀ ਕਾਲ ਤੇ, ਕਿਸੇ ਜ਼ਮਾਨੇ 'ਚ, ਪਰ 2014 ਦੀ ਗੱਲ ਹੋਣੀ ਹੈ। ਰਾਤ 1:30 2 ਦਾ ਟਾਈਮ ਹੋ ਗਿਆ ਤੇ ਇਹ ਇਹੋ ਹੀ ਹੈ ਉਸ ਦਿਨ ਦਾ। ਇਹ ਵੀ ਉਸੇ ਗੱਲ ਤੇ ਵੇ ਅੱਲਾਹ ਦੇ ਨਬੀ ਨੇ ਫਰਮਾਇਆ 73 ਫਿਰਕੇ ਬਣਨਗੇ 72 ਜਨਮ ਜਾਣਗੇ। ਇਹ ਤਾਂ ਹੀ 2014 ਦਾ ਉਸੇ ਗੱਲ ਦੇ ਉੱਤੇ ਬੈਠਿਆ ਜੀ ਇਹ ਬੰਦਾ ਬਾਹਰ ਕਹਿ। ਉਹ ਫਿਰ ਗੱਲ ਤੁਸੀਂ ਬਾਕੀ ਦੀ ਤੁਸੀਂ ਸੁਣੀ ਲਈ, ਲੇਕਿਨ ਗੱਲ ਸ਼ੁਰੂ ਇੰਝ ਹੋਈ ਕਿ ਮੈਂ ਉਹ ਮੂਸਾ ਭਾਈ ਦੀ ਮਦਦ ਵਾਸਤੇ ਗਿਆ ਵਾਂ ਕਿ ਉਹ ਚਸ਼ਮਾ ਮਾਰਫਤ ਦੀ ਇਬਾਰਤ ਪੜ੍ਹਦੇ ਸੀ ਤੇ ਇਹ ਪੜ੍ਹਨ ਨਹੀਂ ਸੀ ਦਿੰਦੀ ਬਾਜੀ ਆਦੀਆ। ਇਹ ਮਸਲਾ ਆ। ਤੁਸੀਂ ਹੁਣ ਗੱਲ ਕਰੋ। ਅੱਛਾ ਆਮਿਰ ਭਾਈ ਤੁਹਾਡਾ ਤੁਸੀਂ ਹੁਣ ਬਿਜ਼ੀ ਹੋ ਗਏ ਹੋ? ਖਾ ਲੈਣ ਦੇ ਉਹਨੇ ਬਿਰਿਆਨੀ, ਖਾ ਲੈਣ ਦੇ ਉਹਨੇ, ਅੱਗੇ ਠੰਡੀ ਹੋ। ਚਲੋ ਖਾ ਲਵੋ। ਇੱਕ ਗੱਲ ਜ਼ਰੂਰੀ ਹੈ ਬੜੀ, ਕੋਈ ਬਗੈਰ ਮੌਜੂਦਗੀ 'ਚ ਇੱਕ ਗੱਲ ਹੋਈ ਹੈ
ਤੇ ਉਹ ਅੱਛਾ ਕੱਲ ਹੁਸੈਨੀ ਸਾਹਿਬ ਦੀ ਬਰਾੜ ਦੇ ਉੱਤੇ ਉਹ ਕੋਈ ਗੱਲ ਹੋ ਰਹੀ ਸੀ ਤੇ ਉਹਨਾਂ ਨੇ ਨਾ ਉਹ ਬੰਦੇ ਦੋ ਆਪਸ ਵਿੱਚ ਉਲਝ ਪਏ, ਇੱਕ ਹੋਰ ਆਇਆ ਸੀ ਮੁੰਡਾ, ਉਹ ਵੀ ਸਮਝ ਨਹੀਂ ਸੀ ਆਉਂਦੀ, ਐਵੇਂ ਫਰਲੂ ਜਿਹਾ ਸੀ, ਗਿੱਲਾ ਤਿੱਤਰ ਜਿਹਾ। ਤੇ ਉਹ ਹੁਸੈਨੀ ਸਾਹਿਬ ਨੇ ਗੱਲ ਸੁਣਾਈ ਕਿ ਜੀ ਉਹ ਉਲਾਮਾ ਸਾਹਿਬ ਦਾ ਇੱਕ ਮੁਨਾਜ਼ਰਾ ਹੋਇਆ, ਅਹਿਲੇ ਤਸ਼ੀਹ ਕੋਈ ਜ਼ਾਕਿਰ ਸਾਹਿਬ ਸਨ, ਰਜ਼ਾ ਅਲੀ ਜਾਂ ਅਲੀ ਰਜ਼ਾ ਉਹਨਾਂ ਦਾ ਨਾਮ ਸੀ ਉਹਨਾਂ ਦਾ। ਤੇ ਉਹ ਜੀ ਉਹ ਕਹਿੰਦੇ ਜੀ ਉਹ ਅਲੀ ਰਜ਼ਾ ਸਾਹਿਬ ਜਿਹੜੇ ਜ਼ਾਕਿਰ ਸਾਹਿਬ ਸਨ, ਉਹ ਕਹਿੰਦੇ ਸੀ ਕਿ ਮੈਂ ਤੈਨੂੰ ਅਹਿਮਦੀਆਂ ਨੂੰ ਮੁਸਲਮਾਨ ਕੁਰਾਨ ਔਰ ਹਦੀਸ ਤੋਂ ਸਾਬਤ ਕਰਨਾ ਵਾ, ਤੂੰ ਮੇਰੇ ਨਾਲ ਡਿਬੇਟ ਕਰ ਲੈ। ਤੇ ਉਹ ਕਹਿੰਦੇ ਜੀ ਉੱਥੇ ਤਹਿ ਪਾ ਗਈ ਉਹਨਾਂ ਦੀ। ਉਹਨਾਂ ਨੇ ਕਿਹਾ ਜੀ ਅੱਛਾ ਜੀ, ਮੈਂ ਉਲਾਮਾ ਸਾਹਿਬ ਦਾ ਮੌਕਫ ਇਹ ਸੀ ਕਿ ਕੁਰਾਨ ਔਰ ਹਦੀਸ ਦੀ ਰੋਸ਼ਨੀ ਦੇ ਵਿੱਚ ਮਿਰਜ਼ਈ ਜਿਹੜੇ ਨੇ ਉਹ ਦਾਇਰਾ ਇਸਲਾਮ ਤੋਂ ਖਾਰਜ ਨੇ, ਮੁਸਲਮਾਨ ਨਹੀਂ ਹੈ। ਤੇ ਉਹ ਜ਼ਾਕਿਰ ਸਾਹਿਬ ਕਹਿੰਦੇ ਸੀ ਜੀ ਮੈਂ ਮੁਸਲਮਾਨ ਸਾਬਤ ਕਰਨਾ ਵਾ ਕੁਰਾਨ ਔਰ ਹਦੀਸ ਦੀ ਰੋਸ਼ਨੀ ਦੇ ਵਿੱਚ। ਤੇ ਉਹ ਕਹਿੰਦੇ ਜੀ ਫਿਰ ਪੁੱਛਿਆ ਕਿ ਫਿਰ ਕੀ ਬਣਿਆ ਨੇ ਕਿ ਜੀ ਉਹ ਇਸ ਵਾਸਤੇ ਨਹੀਂ ਮੁਨਾਜ਼ਰਾ ਹੋ ਸਕਿਆ ਕਿ ਉਲਾਮਾ ਸਾਹਿਬ ਨੇ ਉਹਨਾਂ ਕੋਲੋਂ ਉਹਨਾਂ ਦੀ ਸ਼ਨਾਖਤੀ ਕਾਰਡ ਤੇ ਉਹਨਾਂ ਦਾ ਪਤਾ ਪੁੱਛ ਲਿੱਤਾ ਤੇ ਲਿਹਾਜ਼ਾ ਉਹ ਮੁਨਾਜ਼ਰਾ ਨਹੀਂ ਤੋੜ ਚੜ ਸਕਿਆ। ਤੇ ਉਹ ਕੋਈ ਹੈ ਵੇ ਤੁਹਾਡੇ ਇਲਮ 'ਚ ਕੋਈ ਪੁਰਾਣੀ ਗੱਲ, ਕੋਈ ਇਸ ਤਰ੍ਹਾਂ ਦਾ ਕੋਈ ਵਕੂਆ ਹੋਇਆ ਹੋਵੇ? ਅਲੀ ਰਜ਼ਾ ਅਬੂ ਬਕਰ ਭਾਈ ਲਹਿਰ ਗੁਫ਼ਤਗੂ ਤੇ ਹੋਈ ਸੀ ਕੋਈ ਇੱਕ ਵਾਰੀ, ਪਹਿਲੇ ਤਸ਼ਰੀਹ ਸੀ, ਕੀ ਗੱਲ ਸੁਣਾਈ ਨੇ, ਕੀ ਹੋਈ ਸੀ ਗੱਲ? ਉਹ ਕਹਿੰਦੇ ਨੇ ਕਿ ਨਾ ਜ਼ਾਕਿਰ ਸਾਹਿਬ ਆਏ ਸਨ ਅਲੀ ਰਜ਼ਾ ਦੇ ਨਾਮ ਦੇ, ਤੇ ਉਹ ਉਲਾਮਾ ਸਾਹਿਬ ਨੂੰ ਉਹਨਾਂ ਨੇ ਚੈਲੰਜ ਕੀਤਾ ਸੀ ਕਿ ਮੈਂ ਕਾਦੀਆਨੀ ਜਿਹੜੇ ਮਿਰਜ਼ਈ ਨੇ ਇਹਨਾਂ ਨੂੰ ਕੁਰਾਨ ਔਰ ਹਦੀਸ ਦੀ ਰੋਸ਼ਨੀ ਦੇ ਵਿੱਚ ਮੁਸਲਮਾਨ ਸਾਬਤ ਕਰਨਾ ਵਾ। ਤੇ ਉਲਾਮਾ ਸਾਹਿਬ ਦਾ ਮੌਕਫ ਸੀ ਕਿ ਮਿਰਜ਼ਈ ਜਿਹੜੇ ਨੇ ਕੁਰਾਨ ਔਰ ਹਦੀਸ ਦੀ ਰੋਸ਼ਨੀ 'ਚ ਕਾਫਰ ਨੇ, ਦਾਇਰਾ ਇਸਲਾਮ ਤੋਂ ਖਾਰਜ ਨੇ, ਮੁਸਲਮਾਨ ਉਹ ਨਹੀਂ ਹੈ। ਤੇ ਉਹਨਾਂ ਦਾ ਵਿੱਚ ਆਪਸ ਵਿੱਚ ਮੁਨਾਜ਼ਰਾ ਤੈਅ ਪਾ ਗਿਆ ਕਿ ਜੀ ਆਪਣਾ ਤੁਸੀਂ ਸਾਬਤ ਕਰਨਾ ਹੈ ਕਿ ਉਹ ਕਾਫਰ ਨੇ, ਤੇ ਮੈਂ ਸਾਬਤ ਕਰਨਾ ਹੈ ਕਿ ਕਾਫਰ ਨੇ, ਤੁਸੀਂ ਸਾਬਤ ਕਰਨਾ ਕੁਰਾਨ 'ਚੋਂ ਮੁਸਲਮਾਨ ਨੇ। ਤੇ ਉਲਾਮਾ ਸਾਹਿਬ ਨੇ ਉਹਨਾਂ ਕੋਲ ਉਹਨਾਂ ਦਾ ਸ਼ਨਾਖਤੀ ਕਾਰਡ ਮੰਗ ਲਿੱਤਾ ਤੇ ਨਾਲੇ ਉਹਨਾਂ ਦਾ ਮਤਲਬ ਐਡਰੈਸ ਪੁੱਛ ਲਿੱਤਾ। ਤੇ ਉਹ ਇਸ ਵਾਸਤੇ ਮੁਨਾਜ਼ਰਾ ਹੀ ਨਹੀਂ ਹੋ ਸਕਿਆ, ਉਹ ਫਿਰ ਉਹਨਾਂ ਨੇ ਸਾਬਤ ਕਰ ਦਿੱਤਾ। ਉਹ ਫਿਰ ਮਸਰੂਫੀਅਤ ਦੀ ਵਜ੍ਹਾ ਤੋਂ ਚਲੇ ਗਏ। ਅੱਛਾ ਉਹ ਚਲੇ ਗਏ ਸਨ। ਜਿਹਦਾ ਵੀ ਸ਼ਨਾਖਤੀ ਕਾਰਡ ਮੰਗੀ ਉਹ ਫਿਰ ਮਸਰੂਫੀਅਤ ਦੀ ਵਜ੍ਹਾ ਤੋਂ ਚਲਾ ਜਾਂਦਾ। ਉਹ ਫਿਰ ਇਹਦਾ ਮਤਲਬ ਉਹ ਹਾਫਜ਼ ਹੀ ਸੀ, ਉਹ ਜਿਹੜਾ ਕਹਿੰਦਾ ਸੀ ਕੱਢੋ ਕਿਹੜਾ ਤੁਹਾਡਾ ਮੌਲਵੀ ਜਿਹੜਾ ਕਹਿੰਦਾ ਹੈ ਕਿ ਜੀ ਮੁਨਾਜ਼ਰਾ, ਇਹ ਉਹ ਹਾਫਜ਼ ਸੀ ਇਹ? ਉਹੀ ਸੀ ਬਸ ਠੀਕ ਹੈ, ਸਮਝ ਆ ਗਈ। ਆਮਰ ਭਾਈ ਮੈਨੂੰ ਉਹ ਅੱਛੀ ਤਰ੍ਹਾਂ ਯਾਦ ਨੇ, ਰਜ਼ਾ ਸਾਹਿਬ ਜਿਹੜੇ ਨੇ ਉਹਨਾਂ ਨੇ ਆਪ ਇਹ ਚੀਜ਼ ਦਾ ਦਾਅਵਾ ਕੀਤਾ ਸੀ ਕਿ ਉਹ ਬੜੇ ਮਸ਼ਹੂਰ ਜਿਹੜੇ ਨੇ ਉਹ ਨੇ ਆਪਣਾ ਜ਼ਾਕਰ, ਔਰ ਉਹ ਅਕਸਰ ਮਜਾਲਸ ਦੇ ਉੱਤੇ ਜਾਂਦੇ ਨੇ ਔਰ ਮਾਰੂਫ ਜ਼ਾਕਰ ਨੇ ਉਹ। ਤੇ ਉਹ ਉੱਥੇ ਪੰਜਾਬ ਦੇ ਕਿਸੇ ਸ਼ਹਿਰ ਦਾ ਨਾਮ ਹੀ ਲੈਂਦੇ ਸੀ, ਪਤਾ ਨਹੀਂ ਕਿਹੜਾ। ਹਾਂਜੀ, ਤੇ ਉਹ ਹਾਫਜ਼ ਬਾਬਰ ਸਾਹਿਬ ਸਨ, ਤੁਹਾਨੂੰ ਪਤਾ ਉਹ ਇਤਿਹਾਦ ਬੈਨ ਅਲ ਮਜ਼ਾਹਿਬ ਵਾਲੇ ਉਹ ਸਨ, ਤੇ ਉਹ ਫਿਰ ਇਬਰਾਹੀਮ ਸ਼ਾਹ ਸਾਹਿਬ ਸਨ। ਉਹਨਾਂ ਦੋਹਾਂ ਰਲ ਕੇ ਜਿਹੜਾ ਉਹਦੀ ਫਿਰ ਖੈੜ ਕੱਢੀ ਸੀ ਕਿ ਬੰਦਾ ਕੌਣ ਹੈ। ਤੇ ਉਹ ਜਨਾਬ ਫਿਰ ਨੱਸ ਗਿਆ ਸੀ ਜੁੱਤੀ ਕੱਪੜੇ ਛੱਡ ਕੇ। ਉਹ ਪਤਾ ਬਾਅਦ ਵਿੱਚ ਹੀ ਲੱਗਾ ਸੀ ਕਿ ਉਹ ਵੀ ਕਿਧਰੇ ਹੈ, ਉਹ ਹੀ ਸੀ, ਮਰਜ਼ਈ ਸੀ, ਲੇਕਿਨ ਉੱਥੇ ਉਹ ਸ਼ੀਆ ਬਣ ਕੇ ਤੇ ਇਹੋ ਜਿਹੇ ਡਰਾਮੇ ਕਰਦਾ ਸੀ। ਕਿਉਂਕਿ ਅਗਰ ਮਾਰੂਫ ਬੰਦਾ ਸੀ ਤੇ ਫਿਰ ਉਹਨੂੰ ਆਪਣੇ ਆਪ ਨੂੰ ਜ਼ਾਹਿਰ ਕਰਨਾ ਚਾਹੀਦਾ ਨਾ, ਸਾਹਮਣੇ ਆਉਣਾ ਚਾਹੀਦਾ। ਹੁਣ ਸਾਨੂੰ ਵੀ ਪਤਾ ਸ਼ੀਆ ਹੈ ਜਾਂ ਨਹੀਂ, ਲੇਕਿਨ ਉਹ ਬਾਹਰ ਨੱਸ ਗਿਆ ਸੀ। ਇਹ ਸੀ ਉੱਥੇ ਅਸਲ ਗੱਲ। ਉਹ ਕਹਿੰਦਾ ਮੈਨੂੰ ਸਾਰਾ ਸਾਊਥ ਪੰਜਾਬ ਜਾਣਦਾ, ਮੈਂ ਜ਼ਾਕਰ ਹਾਂ, ਮੈਂ ਮਜਲਸਾਂ ਕਰਨਾ, ਜਗ੍ਹਾ ਜਗ੍ਹਾ ਜਾਣਾ, ਤੇ ਮੈਂ ਸ਼ਨਾਖਤੀ ਕਾਰਡ ਮੰਗਿਆ ਤੇ ਉਹਨੂੰ ਫਿਰ ਕੰਮ ਯਾਦ ਆ ਗਿਆ। ਮਸਰੂਫੀਅਤ ਦੀ ਵਜ੍ਹਾ ਤੋਂ ਫਿਰ ਚਲੇ ਗਏ, ਮੁਨਾਜ਼ਰਾ ਨਹੀਂ ਹੋ ਸਕਿਆ। ਫਿਰ ਨਾਮਾਲੂਮ ਨਿਕਲਿਆ ਬੰਦਾ। भट्ट साहब अस्सलाम वालेकुम। भट्ट साहब लगता वापस आ गए हो कि पाकिस्तानी हो? ਨਹੀਂ ਉਹਨਾਂ ਦੀ ਸਿਮ ਚੱਲ ਗਈ ਹੈ ਪਾਕਿਸਤਾਨ, ਇੰਜ ਲੱਗ ਰਿਹਾ। सिम क्या लगी है? ਨਹੀਂ ਅਸਲ ਸਿਮ ਨਹੀਂ ਸਾਰਾ ਕੁਝ ਚੱਲਦਾ, ਤਾਂ ਟਾਈਮ ਨਹੀਂ ਨਾ ਹੁੰਦਾ ਆਪਣਾ। ਫਿਰ ਘਰੋਂ ਕੋਈ ਨਾ ਕੋਈ ਕੰਮ ਯਾਦ ਆ ਜਾਂਦਾ ਹੈ, ਲੈ ਉਹ ਤੇ ਉਹ ਲੈ ਉਹ, ਦਹੀਂ ਲੈ ਆਓ, ਲੱਸੀ ਲੈ ਆਓ, ਉਹ वापसी की तो जे भट्ट साहब वापसी की तो जे ਅਜੇ ਕੋਈ ਪਤਾ ਨਹੀਂ ਹੈ ਮੂਸਾ ਭਾਈ, ਹੋ ਸਕਦਾ ਕਿਧਰੇ ਕੋਈ 2-4 ਮਹੀਨੇ ਹੋ ਰਿਹਾ ਨਾ। ਖੈਰ ਹੋਵੇ, ਠੀਕ ਹੈ। ਅਸੀਂ ਮਿਊਟ ਲਾ ਲਈਏ, ਬਿਹਤਰ ਰਹੀ ਹੈ। ਇਹਦਾ ਮਤਲਬ ਸਾਨੂੰ ਕੰਮ ਪਿਆ ਤੇ ਜਨਾਬ ਉਹਨਾਂ ਨੂੰ ਯਾਦ ਆ ਗਿਆ ਕੰਮ। ਮੈਂ ਅਗਲੇ ਦਿਨ ਇਮਰਾਨ ਖਾਨ ਸਾਹਿਬ ਬੋਲੋ ਜੀ, ਤੁਸੀਂ ਕੀ ਬੋਲਣਾ ਚਾਹੁੰਦੇ ਹੋ, ਕੀ ਕਹਿਣਾ चाहते हो? जी अस्सलाम वालेकुम। वालेकुम सलाम जी। सर जी कहना कुछ नहीं है ज्यादा, एक दो छोटी छोटी बातें। एक तो आमिर भाई ने अभी अच्छी क्लास कर दी है इनकी समीर के ब्रॉड पे, इस तरह जिवें धमूड़ियां ने नहीं तेजाब चट लिया ਹੁੰਦਾ ਉਹ ਹਿਸਾਬ ਸੀ ਥੱਲੇ ਨਾ ਦਾ। ਮੈਨੂੰ ਤਾਂ ਮਿਊਟ ਕਰ ਦਿੱਤਾ ਸੀ ਨੇ ਮੈਨੂੰ ਵੀ ਇੰਟਾਇਰ ਲਾਏ ਤੋਂ ਮਿਊਟ ਕੀਤਾ ਨੇ। ਜੀ ਜੀ।
ਤੇ ਦੂਜੀ ਅੱਛਾ ਗੱਲ ਇਹ ਅਲੀ ਹੈ ਭਾਈ ਮੈਂ ਥੱਲੇ ਡ੍ਰੌਪ ਹੋ ਰਿਹਾ ਥੱਲੇ ਸੌਰੀ ਮਾਜ਼ਰਤ ਨਾਲ ਆਮਿਰ ਇਮਰਾਨ ਭਾਈ ਮਾਜ਼ਰਤ ਨਾਲ ਉਹ ਥੱਲੇ ਸਕਲ ਕ੍ਰਸ਼ਰ ਦੇ ਨਾਮ ਦੀ ਅਲੀ ਭਾਈ ਦੀ ਆਈਡੀ ਇਹਨਾਂ ਨੂੰ ਤੁਸੀਂ ਲੈ ਲਓ ਮੈਂ ਡ੍ਰੌਪ ਹੋਣਾ ਨਹੀਂ ਮੈਨੂੰ ਮੈਂ ਬੇਸ਼ੱਕ ਚਲਾ ਡ੍ਰੌਪ ਜਾਣਾ, ਕਰ ਦਿਓ ਕੋਈ ਮਸਲਾ ਮੈਂ- ਨਹੀਂ ਮੈਨੂੰ ਕਰ ਦਿਓ ਡ੍ਰੌਪ ਤੇ ਸਾਹਿਬ ਬਹਾਦਰ ਤੁਹਾਡੇ ਨਾਲ ਸਵਾਲ ਸੀ ਮੇਰਾ ਬੇਸਿਕਲੀ ਤੁਹਾਨੂੰ ਕਿੰਨੀਆਂ ਆਈਡੀਆਂ ਰੱਖਿਆ ਸਵੇਰ ਦੀਆਂ 3-4 ਦਫੇ ਫਾਲੋ ਕਰ ਚੁੱਕੇ ਆ ਤੇ ਇੱਕ ਹੋਰ ਲੈ ਕੇ ਆ ਗਏ ਤੁਸੀਂ ਨਹੀਂ ਇਹਨਾਂ ਦੀਆਂ ਦੋ ਹੀ ਆਈਡੀਆਂ ਨੇ, ਇੱਕ ਯੂਸਫੀ ਤੇ ਇੱਕ ਅਲੀ ਜਾਂ ਮਲਕ ਕੈਸਰ ਸਾਹਿਬ ਦੀਆਂ ਵੀ ਦੋ ਹੀ ਆਈਡੀਆਂ ਨੇ। ਅਹਲਨ ਵਸਹਲਨ ਯਾ ਹਬੀਬੀ ਕਿਫ ਹਾਲ ਯਾ ਸਦੀਕ। ਅਲਹਮਦੁਲਿਲਾ ਹਾਲ ਤੈਯਬ ਜਜ਼ਾਕ ਅੱਲਾ। ਯੂਸਫੀ ਭਾਈ ਤੁਸੀਂ ਕੰਮ ਥੱਲੇ ਟੁਰ ਗਏ ਹੋ, ਮੈਂ ਵੈਸੇ ਹੀ ਕੰਮ ਤੇ ਸੀ ਡਰਾਈਵ ਕਰ ਰਿਹਾ ਬਸ। ਆਮਰ ਭਾਈ ਮਾਸ਼ਾਅੱਲਾ ਮੇਰੀ ਡਰਾਈਵਿੰਗ ਸੀ ਤੇ ਉਹ ਥਰੂ ਆਊਟ ਨਾ ਮੈਂ ਅਬਰਾਡ ਸੁਣੀ ਹੈ ਤੁਹਾਡੀ ਤੇ ਅੱਲਾ ਦੀ ਕਸਮ ਚੱਸ ਆ ਗਈ ਹੈ। ਅੱਲਾ ਪਾਕ ਤੁਹਾਨੂੰ ਸਲਾਮਤ ਰੱਖਣ ਤੇ ਐਸੇ ਤਰ੍ਹਾਂ ਬਸ ਇਹਨਾਂ ਨੂੰ ਆਇਨਾ ਦੱਸਦੇ ਰਹੋ, ਮਜ਼ਾ ਆ ਗਿਆ ਯਾਰ। ਅੱਛਾ ਇਹ ਹਵਾਲਾ ਜਿਹੜਾ ਅੱਜ ਤੁਸੀਂ ਪੜਿਆ ਨਾ ਚਸ਼ਮਾ ਮਾਰਫਤ ਦਾ, ਮੈਂ ਚਲੋ ਅੱਜ ਤੋਂ ਆਪਣਾ ਪਹਿਲੇ ਕੀ ਨਾਂ ਹੈ ਯੂਸਫ ਭਾਈ, ਮੈਂ ਤਾਂ ਚੱਲਾ ਇਹ ਮੋਬਾਈਲ ਰੱਖ ਕੇ ਸਾਡੇ ਬੱਚਿਆਂ ਦਾ ਟਿਊਸ਼ਨ ਤੋਂ ਲੈ ਕੇ ਆਇਆ ਹੈ ਹੁਣ ਤੁਹਾਡੇ ਕੋਲ ਲਾਇਆ ਟਾਂਗਾ ਕੱਢ ਤੂੰ ਆਪਣਾ। ਨਜਫ ਭਾਈ ਯੂਸਫੀ ਭਾਈ ਨੂੰ ਲੈ ਲਓ ਉੱਤੇ। ਮੈਂ ਆ ਜਾਂਦੇ ਨੇ ਸਰ, ਆ ਜਾਂਦੇ ਨੇ, ਕੋਈ ਟੈਨਸ਼ਨ ਵਾਲੀ ਗੱਲ ਨਹੀਂ। अस्सलाम वालेकुम। वालेकुम अस्सलाम जी जी आबिद भाई माशाल्लाह। आबिद भाई भी बैठे जी। जी आबिद भाई क्या सलाम हाल है अली भाई, ठीक है? भाई माशाल्लाह। आबिद भाई भी बैठे जी। जी आबिद भाई क्या सलाम हाल है अली भाई, ठीक है? जी अल्हम्दुलिल्लाह ठीक ठाक है। अली भाई 5 मिनट हैं आपके पास? अगर आप भी हैं, आमन नज़ीर भाई भी, मैं एक इबारत समझना चाह रहा हूँ यार। आबिद भाई बैठे हैं। आबिद भाई आबिद भाई आप नहीं तुसी भी माशाल्लाह बड़ी अच्छी गुफ्तगू करते हो और ग्रिप रखते हो इन्हां मज़ामीन ते। इबारत जिहड़ी है ना वो बड़ी कोई बेढंगी ਜਿਹੀ इबारत है तो मैनू समझ नहीं आ रही। मैं ऐसे तो बैठे सा कि अमन नज़ीर साहब अगे बरियानी ठंडी हो गई, मैं और ना ठंडी करवा दूँ। चुप करके बैठे सा कि फारग हो जाए तो फिर मैं वो इबारत पढ़ा जरा। जी आबिद भाई हुक्म। मैं हिल एरिया चांद शायद मेरे सिग्नल ना ड्रॉप हो जाए। अच्छा चलो मैं इबारत पढ़ देना वा, जरा सुन लियो, बेशक जवाब बाद में दे देना। बस जब के आखिरी दिनों के लिए ये अलामतें हैं जो पूरे तौर पर ज़ाहिर हो चुकी हैं तो इससे यही साबित करता है कि दुनिया के दौरों में से ये आखिरी दौर है। पहली तो बात है कि दौरों जड़ा वे ये जमा कित्थे आ गई। दौर दी ते अदवार हुंदी है ना जमा है। लिसानुल कादियान इच ना एदा है लफ्ज मौजूद है। अच्छा नहीं वैसे यार एक मैं उर्दू का एक स्टूडेंट होने के लिहाज नाल दौरों जेड़ा वे ऐ ते लफ्ज उर्दू दे विच ओदे ते अदवार है, जमा दा सीगा ते अदवार है। लेकिन उन्हें आखिया ना लिसानुल कादियान दे विच चीज़ां मौजूद पाईयां जांदियां ने। अच्छा चले आगे चलते हैं। दौरों में से ये आखिरी दौर है और जैसा कि खुदा ने 7 दिन पैदा किए हैं और हर एक दिन को 1000 साल से तशबीह दी है, इस तशबीह से दुनिया की उम्र 7000 होना नसे कुरानी से साबित है। ये दसो अली साहब केड़ी कुरान दे विच नस है जिदे तो दुनिया की उम्र 7000 साल सानू पता चलती है? आबिद भाई बड़े ओके पहले करवाते हो भी वो ये देखो उसे अगर तो तुसी वो इबारत ਨੂੰ ਦੇਖੋ ਨਾ ਤੇ ਉੱਥੇ ਨਸ ਉਹਨਾਂ ਨੇ ਯਕੀਨਨ ਸੀਨ ਨਾਲ ਲਿਖਿਆ ਹੋਵੇਗਾ। नहीं स्वाद नाल ही जे। अच्छा स्वाद ਨਾਲ ਹੈ स्वाद नाल ਉਹ ਤਬਾਹ ਦੀ ਕਿਤਾਬਤ ਦੀ ਗਲਤੀ ਹੈ। ਵੈਸੇ ਉੱਥੇ ਹੁੰਦਾ ਨਸ ਹੀ ਹੈ, ਉਹ ਨਹੀਂ ਨਸ ਜਾਂ ਜਿਸ ਤਰ੍ਹਾਂ ਉਹ ਮਰਦਾ ਹੀ ਦੌੜੇ ਉਹ ਚਾਮਦਾ ਤੇ ਉਹ ਨਸਦਾ ਹੈ ਤੇ ਦੂਜਾ ਨਸਦਾ ਹੈ ਤੇ ਉਹ ਫਿਰ ਐਸਾ ਤਰ੍ਹਾਂ ਹੀ ਹੋਵੇਗਾ। ਇਹ ਇਬਾਰਤ ਨਸ ਹੈ ਨਾ ਜਿਹੜੀ ਨਸ ਜਾ ਰਹੀ ऐसा तो आबिद भाई कोई नहीं ऐसा कुछ नहीं नजर आती ऐसी बात नहीं। जेड़ी इबारत मैं समझना चाह रहा वो इस तो अगे वे ए ते विच वैसे छोटे छोटे सवाल मैं कर दिते। असल इबारत सुनियो जी जेड़ी मैं समझना चाह रहा। नसे कुरानी से साबित है और नीज खुदा वितर है और वितर को दोस्त रखता है। खुदा वितर है और वितर को दोस्त रखता है।
और उसने जैसा कि 7 दिन वितर पैदा किए हैं ऐसा ही 7000 भी वितर है। ए इबारत मैनू समझाओ। वितर है, वितर का पता नहीं, वो वितर उसमें ਮੈਨੂੰ ਜਿੱਥੋਂ ਤੱਕ ਲੱਗਦਾ ਤਾਕ ਦਾ ਮਫਹੂਮ ਲਿਆ ਗਿਆ। नहीं मैं तुहानू दस देना मैं थोड़ी कोई रिसर्च की। वितर इस्तलाही मानिया दे विच इस्तलाही मानी एदा ए वे कि तनहा अकेला, इस्तलाही मानी। ठीक है जी, खुदा वितर है यानी कि खुदा अकेला है, तनहा है, तो ही दे ठीक हो गया, नो प्रॉब्लम। लेकिन अगर यूसी भाई जरा म्यूट लगाए जरा, यूसी भाई शुक्रिया। अच्छा, इस्तिलाही माना इसका अली भाई ये है वितर का तन्हा अकेला। लुग़वी माना इसका है ताक, यानी कि 1 3 5 7 वगैरह। अब सवाल ये है मेरा कि अगर यहाँ पे 3 जगह पे वितर का लफ्ज आया है इस इबारत के अंदर, एक ही 2 लाइनों के अंदर, तो अगर इस्तिलाही माना अप्लाई करें ऊपर, खुदा के ऊपर, तो इस्तिलाही माना हो गया, ठीक हो गया। लेकिन नीचे जो दिन है और 7000 है उसके ऊपर इस्तिलाही माना नहीं इस्तेमाल हो सकता। और अगर लुग़वी माना इस्तेमाल करें तो वो 7 दिन जो वितर है उसके ऊपर तो वो अप्लाई हो जाएगा, 7000 पे भी नहीं होगा, खुदा के ऊपर भी नहीं होगा। अब मुझे ये समझ नहीं आ रही कि ये इसको कैसे अप्लाई करना है वितर के मानी इस्तिलाही को और लुग़वी को, ये समझा। शुक्रिया जी। आबद भाई तो बात पल्ले ही नहीं पड़ी, मतलब इस्तिलाह वाले को उसमें को कैसे लागू करना है, और मतलब मुझे ये समझ नहीं आ रही कि इसमें से वो अखज़ क्या करना चाहते हैं और बात क्या करना चाहते हैं। पहली बात तो ये है कि उन्होंने यहाँ पे वो जो नमेरिकल का कुलिया है ताक और जुफ्त का, उसको ही उन्होंने यहाँ पे तब्दील कर दिया कि 7000 भी जो है वो ताक है। 7000 जो है वो तो ताक नहीं है, वो तो जुफ्त है, पहली बात। दूसरी बात ये है कि मैंने देखे इबारत फिर सुनिएगा, और नीज खुदा वितर है और वितर को दोस्त रखता है। ये तो आगे तो ये हदीस के लफ्ज आ गए, ठीक है। ये तो हदीस में है कि खुदा वितर जो इशा की नमाज के अंदर जो इबादत है उसको बहुत पसंद करता है, ठीक है। ये एक हदीस भी है, सही बुखारी के अंदर भी मौजूद है। और उसने जैसा कि 7 दिन वितर पैदा किए, चलो 7 जो है वो ताक हो गया, ठीक हो गया, प्रॉब्लम नहीं है। ओ अली भाई किधर चले गए हो यार? ਉਹਨਾਂ ਦਾ ਨਾ सिग्नल इशू आ रहा है मेरे ख्याल ਨਾਲ ਤਾਂ ਕਰਕੇ। हाँ जी सुल्तान भाई, अस्सलाम वालेकुम, क्या हाल है? जी वालेकुम सलाम व रहमतुल्लाह। मुझे उम्मीद है आप तमाम आप खैरियत से होंगे, ठीक ठाक हैं आप सब? जी अल्हम्दुलिल्लाह ठीक ठाक, बहुत शुक्रिया, हुक्म करें। मैं भी माशाल्लाह से इनका मुकालमा सुन रहा था आमिर साहब का, मैं आखिर में पहुंचा हूँ, तो बेहतरीन अंदाज में बात की है इन्होंने। मालिक मजीद इस्तकामत अता फरमाए। आमीन आमीन आमीन। अच्छा, ये ट्विटर स्पेस में इतनी होती है, मतलब इस तरह से, क्योंकि मैंने भी किया है काफी टाइम ट्विटर स्पेस जी जी, वहाँ पे तो बहुत, वहाँ पे तो 180 280 300 तक लोग आ जाते हैं। अगर जरा मामला हीट पे हो और वाकई इल्मी मुकालमा हो रहा हो तो ये है कि नहीं, अगर इस लिहाज से मिर्जा कादियानी को एक्सपोज किया गया, नहीं, मिर्जा कादियानी तो वहाँ पे 5 साल से ऐसे एक्सपोज हो रहा है, ऐसे उसकी मंजी ठुकरी है कि अगर मेरे अल्फाज थोड़े से सख्त तो इसलिए माजरत कि मैं क्या बताऊँ, वहाँ पे कोई ऐसा बंदा नहीं बचा है कि जिसने मुकालमा ना, तो मेरे ख्याल से कोई 1000 से जायद स्पेसेस बन चुकी हैं। और ये आमिर हक साहब तो पहले, और ये सारे ये जो मतलब इम्तियाज भाई हो गए, ये सारे वहीं पर ही थे, वहीं पर ही 8-8 घंटों की स्पेसेस बनती रही हैं। हमने भी की है, इन्हीं के साथ की है।
بطون FM عامر حق بھائی ماشاءاللہ بہت اچھا کام کرے. عدنان رشید صاحب ان کا تو کام بہت اچھا ہے. لیکن اس علمی لحاظ سے جس طرح سے آج علامہ صاحب نے بندے مار دی ہیں بالکل ایسے ہی ہے. ایسا سین کب ہوا؟ عامر حق صاحب کا تو ایک اور ہی انداز ہے، لیکن آج علامہ صاحب کا انداز آپ نے جو دیکھا ہے نہیں بڑا خوبصورت انداز ہے ان کا بھی. ڈاکٹر مختلف ہوتا ہے نا، سامنے والا جو شخص ہے نا اس کا دیکھ کے کہ اس کو کیا مرض ہے، پھر اس مرض کے مطابق جس کو آتی ہے وہ پھر یہ اپنا ایک ہنر ہوتا ہے نا، اپنا ایک آرٹ ہے، ایک ہنر ہے. وہ یہاں پہ عابد بھائی ایک بات کر رہے تھے، اگر وہ عبارت مجھے آپ بھیج دیں کائنڈلی. عابد بھائی نیچے چلے گئے، کدھر چلے گئے؟ اچھا 1000 سال کا برابر دن کے ذکر قرآن کریم میں موجود ہے، 50,000 سال کے برابر بھی ہاں وہ موجود ہے. تو اس پہ تو کوئی اتنی بڑی بات نہیں ہے، لیکن جو بات عابد صاحب کر رہے ہیں وہ چیز نہیں سمجھ آ رہی. وہ وطر اور طاق آؤٹ آف دی مائنڈ، سر تو لنگڑ فلائی کر کے. مطلب کیسے صاحب تہاڈا کون ایڈریس پہ منگدا؟ مینوں بندہ دسو نا. میرا ایڈریس منگدا کیڑا راٹ آیا تہاڈے ہل جڑا انگلی چکدا پیا؟ یار وہ میری بھی جان نو خطرہ ہے. اچھا جی، آج کل سب کی جانوں خطرہ ہے. وہ بھی ہم نے کل دیکھی ایک براڈ وہاں پہ، لیکن مجھے سمجھ نہیں آئی کہ اب تو بڑائے صاحب نے مجھے وہاں پہ مطلب نا بار بار بلا وجہ مجھے انہوں نے، بھائی میں بات کر رہا ہوں، کمنٹ کر رہا ہوں تو میوٹ کر رہے ہیں. بھائی آپ کا کیا تعلق ہے؟ ہم لوگ ان پہ بات کر رہے ہیں یار انہوں نے میرے بھی کمنٹ میوٹ کیے ہیں. مجھے اتنا غصہ آیا ہے، میں نے پھر اتنا گندا میسج لکھ کے نا بھیجا ہے. مجھے میں بہت نے غصہ اس ہے. کو وہ جو ہوسٹ تھی نا صفیہ، اسے میسج کیا، اس نے مجھے پھر ان میوٹ کیا، پھر انہوں نے مجھے میوٹ کر دیا، پھر مجھے ان میوٹ کیا اس نے، پھر اس نے میوٹ کر دیا. پتہ نہیں کیا اچھا چاہتا ہے یار، یہ کا مسئلہ ہے. آپ کو پتہ ہے یہ صفیہ سسٹر کون ہے جو کل معاملہ چل رہا تھا؟ نہیں صرف میں نے یہ سنا کہ یہ ہیں ویسے اسی جماعت قادیانی ہی ہیں، لیکن جماعت نے ان کو نکال دیا ہے. تو اب یہ ہمارے لیے ایک اچھا چانس تھا کہ ہم اصلیت وہاں پہ بتائیں کہ بھائی جو بھی آ رہا ہے اوپر، ظاہری سی بات ہے بچے تو معصوم ہوتے ہیں نا، سب کے سانجے ہوتے ہیں. وہاں پہ بالکل کوئی بھی شخص جو قادیانی آ رہا ہے وہ الٹا ان پہ اٹیک کر رہا ہے، ان پہ یعنی کہ سر وہ بدتمیزی کر اتنے رہا ہے. گندے لوگ ہیں، اتنے گندے لوگ ہیں. یہ ملک قیصر صاحب، شہنشاہ ایوان صاحب نیچے بیٹھے ہوئے ہیں، ان کے بیٹے کی تصویر لگا کے انہوں نے وہ گالی دی ہے کہ آپ. سلطان بھائی کیا بات سنا رہے ہیں؟ السلام علیکم، کیسے ہیں آپ؟ سے خیریت سے عامر بھائی؟ الحمدللہ، اللہ کا کرم. الحمدللہ مہربانی. وہ میں رات والی جو تھی نا وہ اس کا کر رہا ہوں ذکر، روڈ کا نا، وہ جو رات کو وہ تھی صفیہ والی بروڈ تھی نا، اس کا ذکر کر رہا تھا میں. اچھا، آپ کو کس نے میوٹ کر دیا وہاں؟ وہاں پہ عبد الوڑائے صاحب نے میوٹ کیا 5 مرتبہ، ایک بار بھی نہیں، 5 بار. آپ نے کیا کمنٹ کیا جس کی وجہ سے میوٹ کیا؟ ہم تو وہاں پہ یہی کمنٹ کر رہے تھے کہ آئینہ دکھا رہے تھے کہ بھی جماعت کا اصل میں یہ آئینہ ہے کہ بھائی شرم آنی چاہیے، چاہے وہ ٹھیک ہے تمہاری جماعت کی ہے، لیکن بچے تو سانجے ہوتے ہیں. ہر شخص آپ پہ آ کے اس کے اوپر اٹیک کر رہا ہے. اگر تمہاری ماؤں کو اس طرح بولا جائے تو تم لوگ کیا لوگ اس طرح سے. میں ایک مختلف انداز سے وہاں پہ یعنی کہ نا مطلب کہ انجینئرنگ کر رہا تھا کہ، اور مجھے ایک دو اکاؤنٹ میں بھی آ کے ان باکس میں گالیاں دی ہیں، پتہ نہیں کون تھے وہ تھے یا نہیں، لیکن مجھے نہیں سمجھ آ رہی کہ افضل صاحب نے کیوں میوٹ کیا، پتہ نہیں کیا چاہتے ہیں. اللہ انہیں ہدایت دے. اور دعائیں کریں اللہ سب کو ہدایت دے. بہت سارا ہی ایک نہیں ہے مسئلے مسائل یہاں پر بے شمار ہیں. اچھا رات کو نا احمد جٹ صاحب نے براڑ لائی نہیں صفیہ سسٹر دی براڑ تے سن احمد جٹ ہاں جی ہاں جی. اتنے آ گیا 1122 تے بڑی جنگ ہوئی آپس وچ دونوں دی، بڑی لڑائی بلے ادھر میں ویکھدا رہا ادھر تے نورا کشتی ہوندی رہی. کہڑی جنگ ہوئی اس وقت؟ نہیں جنگ اس تو بعد صحیح نہیں ہوئی ہے. ایک ہی دوے دے راز کھولن دے بھی جڑے نا اندیے دیتے گئے نے. مثلاً کیڑا راز کھولیا؟ کھولن دے. اچھا کھلن گئے اگوں؟ میں کہ کھولے نے کوئی؟ ویسے مینوں بھی ڈاک دے ہی رہا ہے، بڑی خیر ہے.
ਮੈਂ ਜਿੰਨੀ ਦੇਰ ਬੈਠਾ ਰਿਹਾ ਉਨੀ ਦੇਰ ਤੋਂ ਨੂਰਾ ਕੁਸ਼ਤੀ ਚੱਲ ਰਹੀ ਸੀ ਤੇ ਮੈਂ ਫਿਰ ਆਖਿਆ ਵੀ ਚੱਲ ਹੁਣ ਬਸ ਸੌਂ ਜਾ। ਥੱਕਿਆ ਸੀ ਤੇ ਨੂਰਾ ਕੁਸ਼ਤੀ ਮੈਨੂੰ ਵੀ ਲੱਗਦੀ ਹੈ। ਹਾਂ ਇਹ ਬੜਾ ਗੇਮਰ ਹੈ 1122 ਨਹੀਂ, ਬੜਾ ਸ਼ਾਤਰ, ਬੜਾ ਉਸਤਾਦ ਬੰਦਾ ਹੈ ਨਾ, ਹੈ ਬੱਚਾ ਹੀ ਇਹਦੇ ਨਾਲ ਹੈ। ਤੇ ਹੋ ਵੀ ਨਹੀਂ ਸੀ ਨਾ ਸਕਦੀ, ਤਾਂ ਹੀ ਤੇ ਮੈਂ ਆਂਦਾ ਸੀ ਉਹਨੂੰ ਚੁੱਕੋ ਜਿਹੜਾ 7,500 ਕਿਲੋਮੀਟਰ ਉੱਤੋਂ ਵੇਖ ਕੇ ਆਇਆ, ਇਹਨੂੰ ਚੁੱਕੋ ਜਿਹਨੂੰ ਛੱਡੋ, ਇਹਦੇ ਨਾਲ ਤਾਂ ਕੁਝ ਵੀ ਨਹੀਂ ਹੋਣਾ ਨਾ। ਇਹਨੂੰ ਉਹਨੇ ਜੋ ਵੀ ਜੱਟ ਨੇ ਪਿਆ ਆਖਣਾ, ਇਹਨੇ ਬਿਗੀ ਬਿਗੀ ਬਣ ਕੇ ਥੱਲੇ ਤੇ ਇਹਨੇ ਆਖਣਾ ਚਲ ਠੀਕ ਹੈ ਭਾਈ ਹੈ ਤੂੰ, ਪੁਰਾਣਾ ਦੋਸਤ ਹੈ, ਪੁਰਾਣਾ ਭਾਈ ਹੈ। ਤੇ ਮੈਂ ਕਿਹਾ ਉਹਨੂੰ ਚੁੱਕੋ ਜਿਹੜਾ ਉੱਤੋਂ ਆਇਆ ਹੈ ਨਾ ਉੱਡਦਾ ਉੱਡਦਾ, ਤੇ ਉਹਨੂੰ ਲੈ ਲਓ। ਕੀਤਾ ਉਹਨੇ ਵੀ ਕੱਖ ਨਹੀਂ, ਉਹਨੇ ਆਖਿਆ ਲਓ ਜੀ ਰਿਕਾਰਡਿੰਗ ਕਰ ਲਓ, ਬੜੀ ਜ਼ਰੂਰੀ ਗੱਲ ਕਰਨ ਲੱਗਾ। ਮੈਂ ਆਖਿਆ ਲੈ ਵੀ ਯਾਰ ਕਿਹੜੀ ਗੱਲ ਕਰਨ ਲੱਗਾ। ਤੇ ਕੀਤਾ ਕਿ ਇਹ ਪਹਾੜ ਪੁੱਟ ਕੇ ਦੇ ਵਿੱਚੋਂ ਨਿੱਕਾ ਜਿਹਾ ਚੂਹਾ ਕੱਢ ਦਿੱਤਾ ਹੈ ਕਿ ਲਓ ਜੀ ਮੈਂ ਆਰਮੀ ਵਾਲਿਆਂ ਨੂੰ ਸ਼ਿਕਾਇਤ ਕਰਦੀ, ਤੁਹਾਡੀ ਸਾਰਿਆਂ ਨੂੰ ਫਾੜੇ ਜਾਓਗੇ। ਇਹ ਗੱਲ ਮੈਂ ਸ਼ਾਬਾਸ਼। ਇਹ ਤੇ ਮੇਰੇ ਨਾਲ ਤੇ ਮਤਲਬ ਮੈਨੂੰ ਤਾਂ ਬੜਾ ਦੁੱਖ ਲੱਗਾ। ਮੈਂ ਇhtਜਾਜ ਰਿਕਾਰਡ ਕਰਾਉਣਾ ਚਾਹੁੰਦਾ ਅਲਾਮਾ ਸਾਹਿਬ ਤੁਹਾਡੇ ਸਾਹਮਣੇ। ਇੰਨਾ ਕੁਛ ਕਰਨ ਦੇ ਬਾਵਜੂਦ ਮੇਰਾ ਨਾਂ ਨਹੀਂ ਉਹਨੇ ਲਿਆ। ਮੇਰਾ ਨਾਂ ਕਿਉਂ ਨਹੀਂ ਲਿਆ? ਮੈਂ ਅਜੇ ਤੱਕ ਵੀ ਪਿੱਛੇ ਆ। ਤੁਹਾਡਾ ਹੀ ਨਹੀਂ ਲਿਆ, ਕਈਆਂ ਦਾ ਨਹੀਂ ਲਿਆ। ਜਿਨ੍ਹਾਂ ਦਾ ਨਹੀਂ ਲਿਆ ਉਹ ਸਾਰੇ ਵੀ ਵਿਚਾਰੇ ਰਾਤ ਦੇ ਰੋਂਦੇ ਨੇ ਕਿ ਸਾਡਾ ਕਿਉਂ ਨਹੀਂ ਸੁਣਾ ਲਿਆ। ਤੁਸੀਂ ਇਕੱਲੇ ਨਹੀਂ, ਪਰੇਸ਼ਾਨ ਖਲਕਤ ਪਰੇਸ਼ਾਨ। ਨਹੀਂ ਅਲੀ ਹੱਕ ਭਾਈ ਦਾ ਤਾਂ ਲੈ ਲਿਆ ਨਾ, ਬਸ ਜਿੱਦਾਂ ਜਿੱਦਾਂ ਲੈ ਲਿਆ, ਜਿੱਦਾਂ ਨਹੀਂ ਲਿਆ ਉਹ ਸਾਰੇ ਪਰੇਸ਼ਾਨ ਨੇ। ਲੇਕਿਨ ਇੱਕ ਬੜਾ ਅਜੀਬ ਜਿਹਾ ਨਾ ਨਿਜ਼ਾਮ ਟੁਰਿਆ ਹੈ। ਮਤਲਬ ਵੇਖੋ ਉਹ ਹੁਣ ਮੈਂ ਆ ਜਾਂਦੀ ਏ ਗੱਲ, ਬੜੀ ਭੈੜੀ ਜੀ ਮਿਸਾਲ ਹੈ। ਉੱਥੇ ਉਹ ਨਹੀਂ ਹੈ ਤੇ ਗੱਲਾਂ ਧਮਕੀਆਂ ਦਿੰਦੇ ਨੇ ਕਤਲ ਦੀਆਂ, ਧਮਕੀਆਂ ਬੜੀਆਂ ਨੇ। ਠੀਕ ਹੈ। ਤੇ ਉਹ ਰਾਤੀ ਮੈਂ ਮੈਸੇਜ ਕਰ ਰਿਹਾ ਸਾਂ ਕਿ ਜੇ ਅਗਰ ਇਹ ਧਮਕੀ ਨਹੀਂ ਬਦਵਾ ਸੀ ਤੇ ਜ਼ਿੰਮੇਦਾਰੀ ਚੁੱਕ ਕੇ ਇਹਨਾਂ ਦੀ, ਜੇ ਅਗਰ ਇਹਨਾਂ ਨੂੰ ਕੁਛ ਹੁੰਦਾ ਤੇ ਇਮਤਿਆਜ਼ ਬਸਰਾ ਜ਼ਿੰਮੇਦਾਰ ਹੈ। ਉਹ ਮੇਰਾ ਮੈਸੇਜ ਦਾ ਰਿਪਲਾਈ ਨਹੀਂ ਕਿਸੇ ਦਿੱਤਾ, ਔਰ ਉਹਨੇ ਇਸ ਤੋਂ ਇੰਨਾ ਕੁ ਨਸਣਾ ਸੀ, ਮੈਨੂੰ ਪਤਾ ਸੀ, ਕਨਫਰਮ ਸੀ। ਤੁਸੀਂ ਜ਼ਿਆਦਤੀ ਕੀਤੀ, ਤੁਸੀਂ ਹਰ ਸ਼ੈ ਉਹਨੂੰ ਸਿਖਾ ਦਿੱਤੀ। ਕਿਹਨੂੰ? ਇਮਤਿਆਜ਼ ਬਸਰੇ ਨੂੰ। ਜਿਹੜਾ ਬੰਦਾ ਵੀ ਮਿਹਨਤ ਕਰੇ, ਕੋਸ਼ਿਸ਼ ਕਰੇ, ਇਨਸਾਨ ਤੋਂ ਪਿਆ ਹੋ ਨਹੀਂ ਸਕਦਾ। ਜਿਹੜਾ ਸਿੱਖਦਾ ਉਹਨੂੰ ਅੱਲਾਹ ਤਾਲਾ ਉਹਦੀ ਮਦਦ ਕਰਦਾ। ਲੋੜਨ ਵਾਲਾ ਬੱਚੇ ਪਿੱਛੇ ਕਰ, ਬੱਚੇ ਪਿੱਛੇ ਕਰ, ਫੋਟੋ ਨਹੀਂ ਆਉਂਦੀ ਹੈ। ਵੇਖੇ ਜੀ ਕੰਮ ਇਹਨਾਂ ਦੇ ਬੱਚਿਆਂ ਦੇ ਮੋਹਣੇ ਦੇ ਚੜਨ ਦੇ। ਬੰਦ ਕਰ ਕੈਮਰਾ ਬੰਦ ਕਰ। ਇੱਥੇ ਸੱਪ ਨਹੀਂ ਦੁਆਲੇ ਤੇ ਠੂਏ नहीं दुआले मिर्जाई। ऐसा ही है। अच्छा वैसे उस सफिया को उसकी जमात से उन्होंने वजह क्या बनी है बाहर निकालने की? उन्होंने ना रॉड लगाती थी यहाँ पर, उसमें ये ओपन आई सफिया सिस्टर, एक दो और भी बंदे हैं, तंजीला और पता नहीं क्या नाम है, ये किताबें पढ़ रहे थे रूहानी खजाइन। मिर्जा का देने की ये जो किताबें हैं ना, ये ऐसी चीज़ें हैं कि इनको आप सिर्फ सामने स्क्रीन पे लगा दें, मिर्जाई ऐसे दूर दूर से उड़ते हुए दिखाई देते, जिस तरह कव्वे उड़ते हैं ना आईने को देखकर, उसका अक्स देखकर, ऐसे वो दूर दूर उड़ते हो। ये किताबें पढ़ती थी ब्रॉड लगा के, एक गलती का ज़ाला पढ़ती थी, इब्राहिम अहमदिया पढ़ी, तो मिर्जाइयों ने शिकायतें कर दी कि किताबों में तो सारा कुछ झूठ लिखा हुआ है, तो वो जो किताबें पढ़ रही हैं उससे हमारा झूठ यहाँ हो रहा है, इनको बंद करो। यहाँ से शिकायत किसी ने की है, इनकी रिकॉर्डिंग करके भेजी है, तो इनको जमात से वहाँ से खारिज किया गया है किताबें पढ़ने की वजह से। ऐसे सोचें, यानी कि अंदाजा करें, ये इनकी हालत है। जिसकी बुनियाद पे सारा मजहब खड़ा है उसको ही नहीं करना, तो फिर करना क्या है डिस्कस? सही है। उसको ही डिस्कस नहीं करना है, उसके किरदार को, उसके अकवाल को, तो फिर तुम्हारे पास पीछे बचा क्या है? अभी आपने देखा नहीं, भाग भाग के कहता मैं कुरान से बात करूंगा। भाई इसने 85 किताबें किस लिए लिख दी जो तूने कुरान से बात करनी है? तो जो 85 किताबें लिखी, मलफूजात हैं, मजमुआ इश्तिहारात हैं, मकतूबात हैं, ये 4 मजमुए किस लिए बने हैं? अगर तूने कुरान से ही बात करनी तो इसको मानो ना, इसकी जान छोड़ो, कुरान पे आ जाओ वापस, इस पे लानत भेजो फिर, वरना इसकी हमेशा वो ये फैसला कुरान का है ना कि नबी तो अपनी ख्वाहिश से कलाम ही नहीं करता, और जो उसका कलाम है वो एक तरह से क्या, तो भैया अगर माज़अल्लाह आप उसको मानते हो तो फिर उनकी किताबों से क्यों भागते हो, जो उसके अक़वाल से क्यों भागते हो? वो इसका भी इल्हाम है,
अच्छा इसका भी कोई इल्हाम है, वमा यंतिकु अनिल हवा इन हुवा इल्ला वह्युन यूहा, कि मैं अल्लाह की वही के बगैर बोलता नहीं, बल्कि खुद ज़बानी भी बताया हुआ है। एक किताब है इसके मुरीद ने लिखी, उसमें वो कहता है कि मिर्ज़ा कादियानी ने बताया कि मैं अगर कोई बात मुंह से गलत निकालने लगूं या लिखने लगूं तो अल्लाह ताला मुझे रोक देता है। मैं अगर कोई गलत बात लिखने लगूं तो अल्लाह ताला मुझे रोक देता है। तो जिसका इतना बड़ा दावा हो और वो कहे कि मैं अपनी ख्वाहिश नफ्स से बोलता ही नहीं, जो मुझे अल्लाह कहता है मैं वही बोलता हूँ, तो उसकी किताबें, हाथ की लिखी हुई किताबें, इनकी मौत है। इनके सामने पढ़ो ना पढ़ो, सिर्फ सफ़ा लटका दो तो मिर्ज़ाइयों की जनाब दीवारों को टकरें देखो। तो उन्होंने कोई 3-4 महीने किताबें पढ़ी हैं, इनकी मौत वाक़ई होगी, इन्होंने खराज करा दिया उनका। अच्छा, यानी कि हो गया खराज। तो अभी क्या वो इसी उसमें है या कोई मसला ये है है कि कि भाई अल्लाह पाक ने हिदायत दे आगे? अखराज का भी उनका कोई लेटर नहीं आया, उनको कोई लेटर नहीं वसूल हुआ। अखराज के बारे में भी यूं ही खबरें इर्द गिर्द घुमा दी हैं। इधर आके कि बंदे ने टिकटॉक पे कह दिया कि इसका अखराज हो गया है, मैंने फ़ोन पे फ़लाने से बात किया है, मीर साहब ने मुझे बताया फ़लाने, फिर इन्होंने पता नहीं खुद किसी से पूछा है तो उन्होंने बताया कि हाँ। तो इसने कहा भाई मुझे नहीं बताया, तो इर्द गिर्द लोगों को मेरी बेइज्जती बदनामी करवाने के लिए आपने सबको बता दिया, मुझे नहीं बताया आपने कि मेरा अखराज कर दिया। ये भी नहीं बताया मेरा कसूर क्या है, मेरी गलती क्या है, मेरा अखराज भी कर दिया है और मेरे साथ रब्ता भी नहीं किया, मेरा सुना ही नहीं मौक़िफ़ कि मैंने कौन सा ऐसा जुर्म किया है, किया भी है या नहीं किया। ऐसे ही है, ये गंदी सी एक ऑर्गेनाइजेशन है यहाँ पर। ऐसे ही वो जिसको कहते जिसकी लाठी उसकी भैंस, ये निज़ाम है इनका। ਅੱਛਾ ਆਮਰ ਭਾਈ, ਇਹ ਵੀ ਤੇ ਹੈ ਨਾ ਕਿ ਉਹਨਾਂ ਦੇ ਇਬਾਦਤਗਾਹਾਂ ਦੇ ਵਿੱਚ ਐਲਾਨ ਵੀ ਹੋਇਆ ਉਹਨਾਂ ਦੇ ਬਾਰੇ। ਹਾਂ ਹਾਂ, ਉੱਥੇ ਹੀ ਕਿਰੇ ਇਬਾਦਤਗਾਹਾਂ 'ਚ ਐਲਾਨ ਕੀਤਾ ਤੇ ਟਿਕਟੌਕ ਤੇ ਵੀ ਕੀਤਾ ਤੇ ਉਹਨਾਂ ਨੂੰ ਖਬਰ ਪਹੁੰਚ ਗਈ, ਬੰਦਿਆਂ ਨੇ ਆ ਕੇ ਦੱਸਤਾ ਵੀ ਇਹ ਬੰਦਾ ਫਲਾਣਾ ਤੁਹਾਡੇ ਬਾਰੇ ਇਹ ਗੱਲ ਪੇ ਕਰਦਾ। ਫਿਰ ਉਹਨਾਂ ਆਪ ਕਿਉਂ ਕਨਫਰਮ ਕੀਤਾ ਤੇ ਉਹਨਾਂ ਨੇ ਕਨਫਰਮ ਕਰਤਾ ਕਿ ਹਾਂ ਠੀਕ ਹੈ, ਸਾ ਤੁਹਾਡਾ ਖਰਾਜ ਕਰਤਾ। ਇੱਥੇ ਉਹਨੂੰ ਮੁਰੱਬੀ ਮਸ਼ਵਰਾ ਦੇ ਰਿਹਾ ਨਾਸਰ, ਕਹਿੰਦਾ ਹੈ कि आप माफ़ी का खत लिखें। उन्हें क्या भी केड़ी कि माफ़ी का मैं किया कि मैंने पता तो लगे ना मेरा की कसूर की है। कहता है कोई कसूर नहीं किया तो भी माफ़ी का खत लिख दें कि मैं हर उस गलती करदा ना करदा की माफ़ी मांगती हूँ खलीफा, मेरे खलीफा मोहतरम, जो मैंने की है या नहीं की है, जानबूझकर की है या बेख्याली में हो गई है, मुझे माफ़ कर दें। उसने कहा मैंने लिखा है खत माफ़ी का। कहता है और लिखो। उसने कहा मैंने और भी लिखा है। कहते लिखते जाएं। लो जी, माफ़ी के खत लिखते जाएं, लिखते जाएं, लिखते जाएं। ये है, ये मतलब ये तो इंसानियत के नाम पर भी धब्बा है, धब्बा। इंसान इतना भी गिर सकता है या इंसान को कोई बंदा इतना भी गिरा सकता है। ये यहाँ पर आप भाइयों बैठे हुए, मैं आपसे बदतमीजी से बात करूँ, आप चुप करके बड़ा भी मेरा लिहाज करेंगे, उतर जाएंगे, कहेंगे चलो दफा करो, आज के बाद इसके पास में बैठ। कौन मतलब इंसान को ऐसे जकड़ के गुलाम बना के मरीज बना के रख सकता है? हर बंदा इंसान अपने घर से खाता है। दीन वो है जो आपके फिंगर टिप्स पर पड़ा हुआ है। लेकिन इन बेचारों को तो नहीं कहना चाहिए, जिस तरह जई रूह थे फरिश्ते, जिस तरह की ये रूहें थीं, इसी तरह के अल्लाह ताला ने फरिश्ते भेजे हैं। थे तो ये इसी काबिल। इनकी जो गंदगी ज़हन की है या रवैये की है, वो इसी बात का तकाजा करती थी कि अल्लाह ताला इनको ऐसी इबरतनाक की सज़ा देता कि इनके ऊपर ऐसे लोगों को मुसल्लत कर देता कि ये ना जीते ना मरते। वो तो ठीक हो गया, लेकिन कई लोग ऐसे हैं जो बीच में, यानी मैं समझता हूँ कि शायद बेकसूर भी होंगे, उनका कोई कसूर नहीं होगा, वो खामखा से इस मुसीबत के आगे चढ़े हुए हैं। वो भी नहीं ना अब निकल पा रहे, लेकिन उनके बड़ों की गलती है। माँ बाप ने बसाया हुआ है, माँ बाप के किए हुए फैसले की वजह से औलाद फंसी हुई है, वरना कोई इंसान ऐसा गिर सकता है? माफ़ी मांगो, फिर मांगो, फिर मांगो, मांगते चले जाओ। लख लाना तो उस ऑर्गेनाइजेशन थे जिद को मैं माफ़ी मंगदे चले जाना है।
یہ اعزاز خدا ہی بنے ہیں. یہ اعزاز تو ان خلفائے راشدین کے پاس بھی نہیں تھا جن کی 26 لاکھ مربع میل پر حکومت ہوتی تھی. یہ اعزاز تو ان کے پاس بھی نہیں تھا جو اس بے اختیار نام نہاد خلیفہ کو تم نے دیا ہوا ہے کہ اس سے معافی مانگتو اور مانگتے چلے جاؤ. لاکھ لعنت دے دیتے. معافی مانگو. اس سے معافی مانگنی ہے، اس کی بجائے اللہ سے معافی مانگو کہ یا اللہ ہم گمراہ تھے، ہم گناہ گار تھے، یا اللہ تو معاف کر دے. ربنا ظلمنا انفسنا وان لم تغفر لنا وترحمنا ونکونن من الخاسرین. یا اللہ ہم نے ظلم کیا اپنی جانوں پر. ربنا ظلمنا انفسنا، یا اللہ ہم نے اپنی جانوں پر ظلم کیا. یا اللہ اگر تو نے رحم نہ کیا تو کوئی رحم کرنے والا نہیں. یا اللہ تو نے، رب سے معافی مانگو گڑ گڑا کے، اللہ تعالیٰ تمہیں نکال لے گا اس میں سے. خود ان درندوں کے آگے چڑھ کے، ان کے آگے غلام بن کے جینے سے 1000 درجے بہتر ہے کہ اللہ سے معافی مانگو. لو بھی میں نے نا ذرا جانا ہے، کوئی بندہ مجھے بلا رہا ہے. جی ٹھیک ہوگا. ملک قیصر صاحب دے خطبے سننے ہیں ذرا تھوڑے جے. اگر ملک قیصر صاحب بولن. آج عامر بھائی سے جاب تے نہیں ہو؟ جاب تے ہندے تے پھر کتوں بریانی لبنی سی. اچھا اج جاب تے ہے نہیں سی، کدے کدے چھٹی سی تے صبح دے بیٹھے سی، انہاں گلی لایا سی. اتوں پتہ نہیں براڈ ڈگ پئی کہ کال آ گئی تو میں ڈراپ ہو گیا. تے جس ویلے ادھر کوئی جوڑ پیا تے ادھروں بھی کام خراب ہو گیا. تے اس ٹائم تے بریانی لبھی کھان نو، جس ٹائم تے لالا بھی ہوندی سی. بریانی ٹھنڈی ہو گئی، گل بات کیتی کوئی نہ. تے انہیں آخیا بھی نالے رن گئی نالے کن پٹ. ڈولیا 10 کٹی کے اسی شک پیچھے اے لبا جس بعد. اچھا عامر بھائی چشمہ معرفت کا جڑا حوالہ ہے پیج نمبر دسو. 37 سوری کی پیج دسے؟ 337. 337. اوکے. اچھا سلطان صاحب وہ بندہ تمہیں نظر آیا کوئی نہ جہدے پیچھے تسی اتنے آئے سو؟ جی جناب، آج مجھے لنک سینڈ ہوا، میں نے اوپن کیا تو میں بلاک ہوں اس آئی ڈی سے. لیکن مجھے کسی نے بتایا کہ اس نے آج آئی تھنک دوپہر کو میں بھی وہی بٹھا کے اپنے جو اس کے اصل حقیقی باپ ہیں ان کو بکواس کر رہا تھا. اور میں نے ساری حقیقت بتا دی ہے عامر صاحب کو، A to Z. ان کو سارا آگے سمجھ آ گیا. آپ نے وہ سارے ثبوت بھی پرووائڈ کیے ہیں؟ ہاں وہ سب ان کے پاس ہے. تو یہ کیوں کر رہے ہیں کہ مطلب اس کا آئیڈینٹی جو بھی ہے آپ کی جو FIR ہے اس کو کیوں نہیں ظاہر کر رہے؟ وجہ کیا ہے؟ نہیں وہ ہو چکی ہے. طریقہ ہوتا ہے نا، ایک کوئی بندہ ایک نہیں ہے نا میرے بھائی. یہ تو پورا ایک فلت ہے. جس طرح فلت ہے نا قادیانیت، اس طرح یہ بھی ایک فلت ہے. یہ 5 سال سے، یہ تو ابھی یہاں پہ آغاز ہوا ہے، وہاں پہ تو ایسے ایسے کارنامے ہو چکے ہیں، ایسے ایسے گند ہو چکے ہیں. اللامان والحفیظ والعیاذ باللہ تعالی. تو یہ تو ابھی اس کو، اور یہ جانتا ہے سارا کچھ. اور یہ اب سے بڑے صاحب بھی جانتے ہیں، یہاں پہ بڑے معصوم بنے ہوئے ہیں، ان کو سارا پتہ ہے. یار یہ بہت زیادہ سوفسٹیکیٹڈ بنتے ہیں، لیکن واللہ اگر میں نے مجھے ان کی عبد الوڑائے صاحب کی نا، وہ جو میری اور ان کی فرسٹ کال تھی 9 کو، اس مہینے کی 9 تاریخ کو، جب تو اسی شام کو میں پھر آیا تھا یہاں پہ. مجھے اسپیشل واٹس ایپ پہ انہوں نے لنک بھیجا کہ بھائی آؤ، وہ وہاں پہ بیٹھا ہے. تو اصل میں ہماری اور عدل صاحب کی ایک ہوئی تھی ڈیل ہوئی تھی. وہ یہ ہوئی تھی کہ بھائی ہم نے کہا کہ بھائی طاہر مقصود کی ہمیں آپ نے دینی ہے مطلب انڈورسمنٹ، کہ وہ یہ بات مان رہا ہے کہ وہ ہو چکا ہے قادیانی، اور وہ معاذ اللہ ثم معاذ اللہ مرزا کے اوپر حالات بھیجتا ہے ثم معاذ اللہ. تو انہوں نے بولا کہ میں آپ کو 24 گھنٹے میں بھیج دوں گا. تو اس کے بعد سے سارا معاملہ شروع ہوا، اور پھر وہ میں اس پر آیا تھا. اس کے اوپر 9 کو جو ہے انہوں نے یہ بروڈ لگائی تھی عبد الوڑائے نے، تو اس پر فرسٹ ٹائم اس ایپ کے اوپر اس سے بات ہوئی.
تو اس کے بعد پھر یہ جو ہے یہ سارا تماشا شروع ہوا. تو میں نے پوری جو آڈیو کال تھی وہ میں نے ان کو بھیجی تھی عامر صاحب کو کہ آپ سن لیں کیا حقیقت ہے، کیا حقائق ہیں اور کیا معاملہ ہے. باقی ان شاء اللہ تعالیٰ کام ہو رہا ہے اور عنقریب جو ہے عنقریب ان شاء اللہ تعالیٰ اللہ رحمان کے فضل و کرم سے ہر فتنہ جو ہے وہ اپنے انجام کو پہنچتا ہے اور پہنچے گا. اسلام آباد کا موسم کیسا ہے؟ ٹھنڈ ہے؟ نہ ٹھنڈ ہے لیکن اتنا خاص نہیں. جب باہر نکلیں تب ہے. میں اسپیشل اوان بھائی اسی کام کے لیے آیا ہوں پاکستان. اسپیشل 923 milliards 270 millions 285 833. سوری دنتوا میں مائک میوٹ کر لیا. اچھا سلطان بھائی یہ بتائیں یہ افضل بڑائے صاحب کی پرسنالٹی اتنی مشکوک کیوں ہے؟ مطلب خود کو لبرل کہتے ہیں. جی ہاں یہ لبرل ہی ہے، سیکولر مائنڈ سیٹ کے ہیں. یہ بالکل آغاز میں یہ سمجھتے ہیں کہ بھئی جو کچھ مرضی کر لے، معافی کا اور واپسی کا جو ایک دروازہ ہے وہ کھلا ہو سکتا ہے. تو آغاز میں وہاں پر بھی 5 سالوں میں بڑے بڑی اسپیسز لگی ہیں. ایک مشہور شخصیت تھی ہونیا خان، ان کے ساتھ یہ پہلے اٹیچ ہوئے، پھر اس نے اصحاب رسول کی گستاخی، پھر مجھ سے ہماری ٹیم سے کہا افضل وڑائچ نے کہ آپ اس کے خلاف محاذ قائم کریں، پھر اس کے ساتھ پوری ایک ٹیم تھی. تو یہ معاملہ بہت پرانا ہے جناب. تو یہ پھر ان کا یہ ہے کہ یہ کسی کے ساتھ بھی بیٹھ جاتے ہیں بس جہاں پہ ان کا فائدہ ہو. اب دیکھیں نا مجھے انہوں نے بلایا، میں آ گیا، لیکن یہ مجھ سے خفا اس لیے ہوئے کہ میں ان کی ذمہ داری لوں کہ بھائی میرا کوئی قصور نہیں ہے. میں نے بولا آپ ہی لے کے آئے ہیں پھر احد کو. مجھے کیا پتا کہ 1.5 مہینہ احد اور آپ یہاں پہ کون سے کام کر رہے ہیں، مجھے کیا علم اس بات کا. یہ آپ لوگوں کی صحبت ہے، مجھے کیا. مجھے تو آپ نے یہ بتایا کہ بھائی وہ وہاں پر آ گیا میری بروڈ پہ اور آ جاؤ اس سے بات کرنے، وہ ہو گیا قادیانی. مجھے یہ اطلاع آپ نے دی ہے، مجھے کوئی علم آیا کہ یہاں پر وہ بیٹھا ہے. اور مجھے آپ نے واٹس ایپ پہ بلایا اس مہینے کی 9 تاریخ کو، اور وہ جو میری وائس کال تھی 25 منٹ کی وہ میں نے بھیج دی یا میرے بھائی کہ بھائی یہ حقیقت ہے آپ سن لیں. ممکن ہے یہاں چلا سکتے ہیں؟ ہاں میں چلا سکتا ہوں، چلا دیتا ہوں، کوئی مسئلہ نہیں، چلائیں ذرا پتہ چلے. کوئی مسئلہ نہیں ہے. السلام علیکم. یا علی جی وعلیکم السلام، بات کریں آپ جناب. جی وسیم بھائی السلام علیکم، کیا حال ہے؟ وعلیکم السلام. نجف بھائی، اپنا علی بھائی، سب کو بھائی. یار مجھے صحیح نظر نہیں آتا، میں نے اینک نہیں لگائی ہوئی نا، اینک نہیں لگائی ہوئی تو معذرت. اپنا دونوں ملک صاحب، میرے دونوں ملک صاحب، چھوٹے ملک صاحب بھی ہیں، بڑے ملک صاحب بھی. بڑے ملک صاحب سے ناشتہ کر رہے ہیں. ملک صاحب ابھی جو ہے نا وہ کہیں کھانا شانا ابھی کھا رہے ہیں یا ناشتہ کر رہے ہیں. پائے تھے کلچے صبح صبح پائے کھاندے نے ملک صاحب امریکہ دے اندر. اچھا میری آواز آ رہی ہے؟ آ رہی. اچھا میں یہ آڈیو پلے کر رہا ہوں، مجھے بتانا ہے کہ یہ آواز آپ کو ٹھیک آ رہی ہے کہ نہیں. صحیح ہے؟ ایک تو اس میں وہ قادیانیت والے ہمارے مسلمانوں کے براڈ میں مجھے دیکھ کے 1-2 دفعہ آنا شروع ہوا، تو وہاں پہ بات انہوں نے کی. اس سے تو یہ تھوڑی سی قادیانیت کی طرف نا دلچسپی لیتا ہوا لگا. بات ہوتے ہوتے اب اس بات کو سمجھنے کا مہینہ ہو گیا. اب مہینے بعد اس کی بات اب بیعت ہونے تک چلی گئی ہے. اچھا ہاں، اس نے یہ پرسوں کی بات ہے، یہ میری اس کے ساتھ براڈ کی بات ہوئی تو کہتا ہے میں وہ بات تو ہر کسی اور سے کر رہا تھا، میں ساتھ بیٹھا سن رہا تھا، تو اسے بتا رہا تھا کہ میں نے حضور کو خط لکھ دیا ہے بیعت کے لیے. اچھا ہاں جی. تو میں بڑا پریشان ہوں. میں شروع میں تو سمجھا ہوں کہ وہ ٹویٹر والا ہی کام کر رہا ہے، کہ جیسے ٹرالنگ کرتے تھے نا ٹویٹر پہ یہ شریف لوگ اور سے سارے سی ڈی ایس وغیرہ.
تو میں تو سمجھا مذاق بازتا رہا، جیسے اس کا سٹائل ہے، ادھر مذاق کیا، ادھر چھیڑا، ادھر مذاق کیا، ادھر کیا. لیکن جب اس نے یہ بات کی تو میں بڑا الرٹ ہوا. میں نے کہا یار یہ تو مذاق نہیں ہو سکتا، اس طرح کا تو اوپن فورم پہ بات ایسی کرنی. میں نے پھر اسے میسج کیا، میں نے کہا اپنا واٹس ایپ نمبر مجھے بھیجنا. میرا اس کے ساتھ کبھی واٹس ایپ پہ کوئی رابطہ نہیں کبھی ہوا پہلے. اچھا. تو اس نے واٹس ایپ نمبر مجھے بھیجا. میں نے اسے کال کی، میں نے اسے پوچھا یار میں بڑا کنفیوز ہو رہا ہوں. میں تو شروع میں سمجھ رہا تھا کہ شاید تم وہی کھیل تماشا مذاق بازی جیسے تمہارا سٹائل ہے کرتے ہو، چلو ادھر ادھر باتیں ہو گئیں. لیکن اب تم یہ جو خط والی بات کر رہے ہو، یہ بات کیا واقعی سنجیدہ ہے اور کیا تم اس کام میں واقعی دلچسپی لے رہے ہو؟ کہتے ہیں جی واقعی دلچسپی لے رہا ہوں. اچھا. تو میں نے کہا میں نے کہا ایمانداری سے بتانا، کیونکہ ہر چیز جلد یا بدیر تو پتہ ہے ہر سچائی جو ہے وہ تو حقیقت آشکار ہو جاتی ہے. حقیقت نے آشکار ہونا ہوتا ہے، 6 مہینے لگ جائیں، سال لگ جائے. تو میں نے کہا یار بعد میں بھی سارے لوگوں کے سامنے بات آ جاتی ہے. تو تم واقعی پیچھے سے پہلے سے قادیانی ہو اور فیملی قادیانی ہے، تو تھوڑا بہت یہ جو چلے کب بازی کر رہے ہو، یا ابھی تم اس طرف ہوئے ہو؟ کیا اصل حقیقت کیا ہے وہ تم اگر مجھے سچ بات بتا دو تو. کہتا ہے میری فیملی بالکل قادیانی نہیں ہے. تو ریلوی ٹائپ کے ہمارے خاندانی ہے بیک گراؤنڈ، جیسے وہ ہوتی ہے عام دیہات میں جیسے. تو لیکن میں یہاں پہ قادیانی ان سے میری انٹریکشن ہوا ہے آسٹریلیا میں آ کے. اچھا. تو ایک آدھ سے میری وافیت ہوئی، انہوں نے مجھے اپنے سالانہ جلسے پہ انوائٹ کیا، میں وہاں پہ گیا. تو وہاں انہوں نے مجھے ایک آدھ کتابیں دی اور ان کا اچھا اخلاق اور سارا کچھ، تو میں ان کے اخلاق سے بڑا متاثر ہوا. اچھا. تو میں نے اس میں دلچسپی لینی شروع کر دی اور مجھے یہ بالکل اچھا لگا ہے کہ یہ بالکل یہ ان کا مجھے لگتا ہے کہ یہ بات بالکل صحیح ہے، برحق ان کی بات ہے. تو میں تو اب بیعت کے لیے میں نے اپلائی کر دی ہے اور میں نے خط لکھ دیا حضور کو. تو اس کے اوپر میں تو بڑا شدید پریشان تھا. میں نے کہا یار یہ تو مذاق میں یہ کیا ہو رہا ہے. میں نے پھر آپ کا ذہن میں آیا، میرے ذہن میں تھا کہ کچھ لڑکے کبھی اس کے گئے تھے گھر، تو وہ میرے ذہن میں تھا کہ آپ کا شاید اس کے ساتھ کوئی فزیکل آپ کو پاگل بنا رہا ہے، یہ کر کیا رہا ہے. لیکن جو بھی کر رہے ہیں اسلامی لحاظ سے تو ظاہر ہے وہ تو دین اسلام کی تو مرتد ہے، جڑ سے وہ اگر اس نے یہ کہہ دیا ہے تو وہ پھر مرتد ہی ہوا، کہ کیونکہ دین اسلام کو چھوڑ کے بقول آپ کے طاہر مقصود مقصود احمد جو ہے، اگر اس نے یہ ایک طرح کی سٹیٹمنٹ دے دی ہے کہ بھائی وہ جو ان کا سو کالڈ مرتد حضور بنایا ہوا ہے، انہوں نے خلیفہ سو کالڈ اس کو خط اس نے اگر لکھ دیا ہے، تو یعنی کہ یہ ایکچوئل میں یہ چیز اس نے امپلیمنٹ کر دی ہے. اب اس کی 3 باتیں ہیں. دیکھیں اصولی طور پہ نا انسان سب سے زیادہ احتیاط کرے کسی کے ایمان کا جائزہ لینے میں اور کسی کو مطلقاً کافر کہنے میں، کیونکہ وہ روایت بھی ہے کہ جب ایک صحابی ساتھ تھے تو ایک مشرک ان کی سوارڈ، ان کی جو تلوار کے زد میں آ گیا اور اس نے خوف سے یا ان کی تلوار کی دہشت یا موت کے خوف سے کلمہ پڑھ لیا، لیکن آپ نے جو ہے وہ اس کو یعنی کہ اسی وقت اپنی تلوار سے قتل کر دیا. تو جب یہ معاملہ پیش ہوا تو حضور نے فرمایا کہ اے اسامہ، کیا تم نے اس کا جو دل ہے وہ چیر کر دیکھا تھا کہ واقعتاً وہ موت کے خوف سے کلمہ پڑھ رہا ہے یا وہ حقیقتاً؟ تو اس پہ بڑی احتیاط ہے. لیکن جب ایک شخص اپنے قول و فعل کے اعتبار سے مطلقاً ایسے مذاق کرتا ہو تو اس پہ بڑی تاکید ہے کہ بھئی یہ چیز جو ہے اس نے ظن میں نہیں آتی، اس پہ حدود لگتی ہیں، لیکن مطلقاً کسی کو کہہ نہیں سکتے. اب اس کا جو مسئلہ ہے، پہلی بات تو یہ ہے کہ انشاءاللہ تعالی یہ جتنے بھی گندے انڈے ہیں یہ عنقریب قانونی گرفت میں بہت بری طرح آنے والے ہیں. جس میں سب سے جو پہلا ان کا جو ایک فضول اور انتہائی بکواس ایک مذاق تھا وہ تھی کہ بھی بلا وجہ بلاسفیمی کرنا اور پھر اس کے بدلے میں معاذ اللہ بلاسفیمی ہوتی تھی. سو سٹارٹ میں میرا ایسا نہ تھا زاویہ نہ طریق، میں ان کی ٹیم کو ختم کرنے کے لیے ان میں انوالو ہوا. وہ پھر بڑھتا ناسور بن گیا اور پھر ڈیفینیٹلی جب آپ کو کوئی پتھر مارے تو آپ کو مارنا پڑتا ہے.
गालम गलोच दिस एंड दैट, जिसकी वजह से काफी नुकसान सबका हुआ है, सबने देखा, मेरा भी हुआ, इनका हुआ, और आगे कितना होना है वो अल्लाह जानता है, लेकिन इंशाअल्लाह ताला हर चीज जो है वो कानून और आइन के दायरे में होगी। रहा सवाल इसका ताहिर, तो इसकी फैमिली इंतहाई गरीब, मजबूर और अपने एरिए में फराडिये मशहूर है। एक लड़की माजी में आई थी जिसका 7.5 लाख रुपया इसने देना था और इसके वालिदैन ने उससे लेकर इसको बाहर भेजा था। उसके पास सारे बैंक स्टेटमेंट हैं जो हाशिर इसका भाई है उसके अकाउंट पे इसने सेंड किए हुए। वो आई चीखती रही, इसने मुझसे वादा किया वो उसको दे देगा लेकिन नहीं दिया। मैं फिर दोबारा भी उसको लेके आया था, सारा मामला। मैं इसके घर तक इसके सारी फैमिली को जानता हूँ। वो लोग अपने जो उनका फेथ यानी अकीदा है उस लिहाज से वो मुस्लिम और सुन्नी सेक्ट से उनका ताल्लुक है, और वो कभी कभार मिलाद शिलाद वो लोग करवाते रहते हैं। सो ये अब यहाँ पे 3 बातें। एक, इसकी जो बीवी ज़ैनब थी उसने इसको छोड़ दिया, जिसकी बुनियाद पे ये इसने वहाँ पे एप्लीकेशन दी थी वहाँ के जो इमिग्रेशन ऑफिस है कि भाई मुझे ऐसा ज्यादती हुई है और मुझे यहाँ पे स्टे जो है वो करने दिया जाए। तो पॉसिबिलिटी है कि वहाँ का जो वकील हो या कोई बंदा हो उसने कहा हो कि तुम ये हरबा इस्तेमाल करो तो तुम्हें पॉसिबिलिटी है कि असाइलम मिल जाए। और जो लोग सुबह दोपहर शाम रात एक दूसरे की माओ बहनों बेटियों की इज्जतें उछालते हों, और माजी में भी इसने साथ मिल के इन कादियानियों के बहुत कुछ किया, तो जिसकी वजह से मंजर आम पे वो सब है। तो मेरा जो ज़न गालिब है वो ये है कि भाई इन लोगों के लिए, और ये बोर बात क्या चुका है कि भाई मेरे लिए मजहब, फेथ और जो दीन है उसकी बकौल ताहिर हाजी मकसूद के इतनी खास वैल्यू नहीं, सही। और मैं जो हूँ बस इंसान वाला जो एक कॉन्सेप्ट है कि भाई हेट फॉर नन एंड लव फॉर ऑल। और इसकी जो अकाउंट पे मुझे स्क्रीनशॉट सेंड हुआ कि उसने लिखा हुआ था अपनी बायोग्राफी में, यानी कि जो एक्स अकाउंट पे जो बायो होता है, और ये जो स्लोगन है या ये एक्चुअली इनका सजल है, ये इनका मकर फरेब है। तो सो इसके बाद जो है मेरा ये गुमाने गालिब है कि इसने एक वहां पे असाइलम के लिए, और सेकंडली ये इसके फाइनेंशियल बड़े बुरे हालात थे। 2-3 मरतबा मैंने भी इसके फैमिली को अमाउंट भेजा, सही। इसने कहा कि भाई वालिद बीमार है, और फिर और भी बहुत से लोग होंगे, मुझे इसका इल्म नहीं, लेकिन मैंने किया। सो इसके वहां पर भी और पाकिस्तान में भी इनके जो फाइनेंशियल मामलात थे वो इंतहाई जो है वो नासाज थे। सो ये फिर है कि भाई इंसान जो है वो दौलत और शोहरियत के लिए कुछ नाखानदा और नाहंजार मर्द जो असल में होते नहीं है, वो कोई बनता है गे बन जाता है, कोई बाइसेक्सुअल बन जाता है, कोई जो है वो ये माज़अल्लाह ये इस्लाम को छोड़ के फितना कादियानियत पर की राह पे चल पड़ता है। सो मुझे तो जो बेसिकली जितना आप बता रहे हैं ना, तो ये वहां से और कोई वजह नहीं बनती, क्योंकि हमें रूट कॉज देखना होगा ना। यही आता है कि ये कोई पेपर्स का ताल्लुक। डेफिनेटली मेरा गुमान 99% यही था कि ये पेपरों का सारा चक्कर है। तो ऐसा ही है। और एक अगर कोई इसकी जुबानी कोई एक स्टेटमेंट मिल जाए या इसकी आवाज में कोई रिकॉर्डिंग वगैरह, तो ये थोड़ा सा अच्छा हो जाएगा, ताकि मैं फिर ये है कि आगे हाई कमांड को दे सकता हूँ कि भाई, क्योंकि हमारा तो केस चल रहा है, वो बहरहाल मैं खुद भी इस चीज को देख लेता हूँ, क्योंकि हम लोग ये क्लेम वहां पे बता चुके हैं कि भाई कुछ इशारे मिलते हैं, लेकिन एक सर्टिफाइड जो प्रूव होता है कि भाई इंसान की अपनी जुबान से निकला हुआ जो है वो स्टेटमेंट जो
अप्रूवल है इस बात का कि हाँ भाई ये शख्स तस्लीम कर रहा है, एडमिट कर रहा है, इंडोर्स कर रहा है स्टेटमेंट को कि ये वाकई हो चुका है। सो अफसोसनाक बात है, सही है, मुझे इसका दिली दुख भी है क्योंकि आज या कल मैं रिकॉर्ड कर लूंगा, वो तो ओपन फोरम्स के ऊपर वो बातें अब कर रहे हैं। बस आप ये दें तो फिर ये है कि ये इसका करते हैं, ये अफसोसनाक बात है। और आपको भी इस बात का अप्रिशिएट, क्योंकि अल्लाह साहब आप एक सेकुलर माइंडसेट के आदमी हैं, लेकिन आपने मेरे ख्याल से एक्स की तारीख में आपके अलावा कोई दूसरा शख्स नहीं है जिसने जो है वो इस तरह से जहाद का आलम बुलंद किया हो, मतलब अपनी यानी कि आवाज से, अपने विजन से, परसेप्शन से। तो बड़ी बात है, किसको आजकल परवाह है कि यार कि एक बच्चा है वो हमारे साथ बैठता था, चाहे वो मतलब के गालम गलोच वाला मुंह के साथ कुत्ता बांध के उसने बड़ा भौंका है, उसने बहुत बुरी बुरी एक्टिविटीज की हैं, लेकिन ये मामला जो है ना, ये पर्सनल जो इख्तलाफात हैं, जो जंग है, फाइट है, उससे बहुत बुलंद है कि यार एक बंदा अपना ईमान ही बेच रहा है एक 2 कौड़ी के वीजे या कुछ चंद रुपयों के लिए। तो लानतुल्लाह ज़ालिमीन, और इनके लिए बहुत बुरा ठिकाना है कि जो दुनियावी शोहरियत या दुनियावी पैसे के लिए जो है वो हजूर अलैहिस्सलाम से गद्दारी करते हैं। सही है, ठीक है, मालिक पाक माफ फरमाए। ठीक है, फिर मुसलमा अजाब, ये तो रवायत वहां से जा रही है कि मुसलमा कज़ाब खड़ा हुआ था और उस वक्त भी कुछ नाहनजार थे कि जो जानते थे कि अभी मोहम्मद सल्लल्लाहु अलैहि वसल्लम जो है खातमुन नबिय्यीन है, लेकिन फिर भी उस जो है वो लईन पे ईमान ले आए। तो ये तो फिर, और उनके खिलाफ फिर जहाद करने वाले हजरत सदीक़ अकबर की सुन्नत अदा करते हैं, क्योंकि जो जंगे अमामा हुई थी उसका बुनियादी जो था पसे मंजर, वो एक तो ज़कात ना देने वालों के खिलाफ था और दूसरा इनके कि जो ज़कात ना देने वाले इस मुसलमा के मानने वाले थे। ये तो फिर अब वो बातें डीप है, समझने की है। आजकल जो है वो दौर जो है वो, जो आप एक वर्ड यूज करते हैं जालियत का, तो वो दौर आजकल यही है। तो नफ्सा नफ्सी का आलम में इंसान समझता नहीं है उसे क्या क्या हो जाता है। तो ये चीज अगर आप हमें प्रोवाइड कर दें तो ये एक बहुत ही जबरदस्त हो जाएगा। और एक मेरे ख्याल से अगले 24 से 48 घंटों में उसका अपना वॉइस रिकॉर्डेड एग्जैक्ट ये वर्डिंग के साथ वाला क्लिप आपको इसी पे फॉरवर्ड में कर दूं। आप करके ये बात ये कि याद रखिए कि हमारा जो भी दुनिया का इख्तलाफ हो, लड़ाई झगड़ा हो, ला इलाहा इल्लल्लाह मोहम्मद रसूलुल्लाह के सामने और नबी पाक सल्लल्लाहु अलैहि वसल्लम की खिदमत में, उस मोहब्बत में हर चीज हेज है, हकीकत है, चीज जो है उसकी कोई हैसियत नहीं है, हकीकत है। मैंने आपको 2-4 मैसेज मैंने भेजे हैं, लेकिन मैं डिटरमिन्ड था कि आई विल फॉलो अप विद यू। तो क्योंकि ये चीज मुकद्दम है, हमारे अमाल तो नजर आ रहे हैं, हमारे दिल में क्या है वो अल्लाह की जात जानती है। हकीकत है, बिल्कुल तो बिल्कुल हकीकत है। तकाजा इसका यही है कि हमारा कौलो फिल जो है वो मैच करे हमारे जो इनर फीलिंग्स हैं उससे, और इसलिए कोई मेरा आपका इख्तलाफ 1 करोड़ भी हो जाए वो उनकी कोई हैसियत नहीं, वो कुछ भी नहीं है इस हकीकत है। अब्दुल्ला साहब, आप मुझे जानते हैं 6 साल से, मैंने ये तो बात बहुत बड़ी बारगाह की है ना, जिसके लिए सूरह हुजरात की आयत 2 है कि भाई खबरदार मेरे महबूब की दरबार में आवाजें बुलंद ना हो, अमाल हो जाएंगे आकार। तो इकबाल ने भी फिर लिखा कि भाई वहां पे इतनी बड़ी बारगाह है कि वहां पे बड़े बड़े औलिया भी सांस आराम से लेते हैं, वरना तेज सांस से बेदबी ना हो जाए। तो ये तो बहुत ही बड़ी बारगाह है। किसी अल्लाह के वली के लिए भी कोई किसी ने किया तो मैंने अपने जाती इख्तलाफात भुला के ना, हालांकि सीडीएस ये सारा गेम उसने, सीडीएस मेरा सबसे बड़ा दुश्मन था, लेकिन जब उसके ऊपर ब्लास्फेमी का इल्जाम लग रहा था, ये टिवाना लगा, तो मुझे उसने अप्रोच किया। ये सारी इनकी प्रॉक्सी थी मुझे इस सब में शामिल करने के लिए। और मेरे लिए क्योंकि इस्लाम दीन, और मैंने बचपन से ही क्योंकि पढ़ा है फिलॉसफी को, इल्मुल कलाम को, इकबाल को, और समझा है जिस तरह से आम लोग या आम मौलवी नहीं समझते, उससे थोड़ा आगे जाके। तो मेरे लिए था कि भाई एक मुसलमान पे उस साखे रसूल का फतवा लगाना ये बहुत बड़ा जुल्म है, चाहे वो अगर ये मजाक में भी करता है, लेकिन इसने डायरेक्टली कभी माज अल्लाह ऐसा नहीं किया। हिंदुओं के ऊपर जब वो करता है तो बदले में करते हैं, हाँ ये उसका फेल गलत है। फिर वो एक सिख को ले आए थे और वो सिख इस बात की गवाही दे रहा था
کہ تم میرے معاذ اللہ یہ اس اسپیس کے الفاظ تھے کہ وہ سکھ یہ کہہ رہا تھا کہ تم اسلام کو گالی دو اور میں دوں گا تمہارے اس کو معاذ اللہ. تو سی ڈی ایس نے اس کو جو ہے وہ انڈورس نہیں کیا اور کہا کہ یہ جھوٹ ہے, اور لیکن ٹیوانا اور حاجی اس چیز کو لے کے چل رہے تھے. تو یہ دوسروں کے اوپر سلطان بھائی بند کر دیں, والے اس چیز کو کھیل مذاق, تو یہ ناسور ہے. دنیا پہ ان کا جو وجود ہے وہ بوجھ ہے. لیکن میں یہ سمجھتا ہوں کیونکہ ان کی یہاں پہ نا موسٹلی ایکس پہ بیٹھنے والے جو لوگ ہیں, ان کا ذہنی طور پہ جو کیپیسٹی ہے اور جو ان کی جس کو وزڈم کہتے ہیں وہ مائنس میں ہے, یعنی 1 and 0 مائنس میں ہے. یعنی بہت آسانی سے ان کے ذہنوں کو خراب کیا جا سکتا ہے, بہت آسانی سے کسی بھی ایک پرسیپشن یا ایک پوائنٹ کو لے کے ان کو ڈائیورٹ کیا جا سکتا ہے. تو بند کر دیں. کافی زیادہ